ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਲਾਈਵ ਕਪੜ ਛਾਣ ਦਾ ਇੱਕ ਖਾਸ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਇਸ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਮਸਲਿਆਂ ਦੇ ਉੱਤੇ ਕਪੜ ਛਾਣ ਕਰਦੇ ਹਾਂ। ਅੱਜ ਦੇ ਪ੍ਰੋਗਰਾਮ ਦੇ ਵਿੱਚ ਬੜੇ ਅਹਿਮ ਮਸਲੇ ਨੇ ਜਿਨ੍ਹਾਂ ਦੇ ਉੱਤੇ ਚਰਚਾ ਰਹੇਗੀ। ਗੱਲਬਾਤ ਨਵਜੋਤ ਸਿੰਘ ਸਿੱਧੂ ਦੇ ਉੱਤੇ ਵਿਜੀਲੈਂਸ ਦੇ ਛਾਪਿਆਂ ਨੂੰ ਲੈ ਕੇ, ਉਸਦੇ ਕਰੀਬੀਆਂ ਦੇ ਉੱਤੇ ਛਾਪਿਆਂ ਨੂੰ ਲੈ ਕੇ ਚਰਚਾਵਾਂ ਸੀ, ਜਿਸ ਤੋਂ ਬਾਅਦ ਹੁਣ ਨਵਜੋਤ ਸਿੰਘ ਸਿੱਧੂ ਦੇ ਇੱਕ ਟਵੀਟ ਨੇ ਤਰਥੱਲੀ ਪਾਈ ਹੈ। ਉਸ ਦੀ ਗੱਲਬਾਤ ਰਹੇਗੀ। ਇੱਕ ਸੂਬੇ ਦੇ ਵਿੱਚ ਸੰਪੂਰਨ ਤੌਰ ਤੇ ਉੱਤੇ ਲੋਕਡਾਊਨ ਲੱਗਿਆ ਹੈ, ਕਿਸਾਨਾਂ ਦੇ ਵੱਲੋਂ ਵੱਖਰੇ ਐਲਾਨ ਕੀਤੇ ਗਏ ਨੇ, ਪੰਜਾਬ ਸਰਕਾਰ ਨੂੰ ਅਲਟੀਮੇਟਮ ਦੇ ਦਿੱਤਾ ਗਿਆ, ਉਸ ਦੇ ਉੱਤੇ ਗੱਲਬਾਤ ਕਰਾਂਗੇ। ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਟਵੀਟ ਤੋਂ ਬਾਅਦ ਪੰਜਾਬ ਦੀ ਸਿਆਸਤ ਇੱਕੋ ਕਤਾਰ ਦੇ ਵਿੱਚ ਖੜੀ ਨਜ਼ਰ ਆਈ ਹੈ, ਉਸ ਦੇ ਉੱਤੇ ਗੱਲਬਾਤ ਪ੍ਰੋਗਰਾਮ ਦੇ ਵਿੱਚ ਕਰਾਂਗੇ। ਸਭ ਤੋਂ ਪਹਿਲਾਂ ਡੱਲਾ ਸਾਹਿਬ ਦਾ ਸਵਾਗਤ। ਬਹੁਤ ਬਹੁਤ ਧੰਨਵਾਦ ਜੀ। ਦੁਨੀਆ ਭਰ ਦੇ ਪੰਜਾਬੀਆਂ ਲਈ ਗਗਨ ਧੰਨਵਾਦ। ਡੱਲਾ ਸਾਹਿਬ, ਸਭ ਤੋਂ ਪਹਿਲਾਂ ਕਿਸਾਨ ਅੰਦੋਲਨ ਦੇ ਵੱਲ ਵਧਾਂਗੇ। ਸੰਯੁਕਤ ਕਿਸਾਨ ਮੋਰਚੇ ਦੀ ਬੈਠਕ ਦੇ ਵਿੱਚੋਂ ਜੋ ਫੈਸਲੇ ਨਿਕਲ ਕੇ ਆਏ ਨੇ, ਕਿੱਦਾਂ ਵੇਖ ਰਹੇ ਹੋ ਤੇ ਫੈਸਲੇ ਕੀ ਨੇ ਉਹ ਵੀ ਜ਼ਰੂਰ ਸਾਂਝੇ ਕਰ ਦਿਓ। ਦੇਖੋ, ਸਭ ਤੋਂ ਪਹਿਲਾਂ ਤਾਂ 26 ਮਈ ਨੂੰ ਦੇਸ਼ ਭਰ ਦੇ ਵਿੱਚ ਕਾਲਾ ਦਿਵਸ ਮਨਾਉਣਾ ਹੈ। ਸੋ ਕਿਸਾਨਾਂ ਦਾ ਜਿਹੜਾ ਅੰਦੋਲਨ ਹੈ ਉਹ ਕਣਕ ਦੀ ਵੇਚ ਹੋ ਗਈ, ਕਟਾਈ ਹੋ ਗਈ, ਵੇਚਤੀ ਕਿਸਾਨਾਂ ਨੇ ਕਣਕ, ਤੇ ਉਹਨਾਂ ਨੇ ਕਿਹਾ ਸੀ ਕਿਸਾਨਾਂ ਨੇ ਕਿ ਕਣਕ ਵੇਚਣ ਤੋਂ ਬਾਅਦ ਅਸੀਂ ਆਪਣੇ ਸੰਘਰਸ਼ ਨੂੰ ਹੋਰ ਤਿੱਖਾ ਕਰਾਂਗੇ। ਸੋ ਮੈਨੂੰ ਇਹ ਆਸ ਸੀ ਕਿ ਪੱਛਮੀ ਬੰਗਾਲ 'ਚ ਹਾਰ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜ਼ਰੂਰ ਸੋਚੂਗੀ ਕਿ ਅਸੀਂ ਕਿਸਾਨਾਂ ਨਾਲ ਆਪਣਾ ਰੇੜਕਾ ਨਿਬੇੜੀਏ ਤੇ ਜਿਹੜਾ ਇਹ ਮਸਲਾ ਹੈ ਇਹਦਾ ਕੋਈ ਸੁਖਦ ਅੰਤ ਨਿਕਲੇ। ਮੈਂ ਇਹ ਵੀ ਚਾਹੁੰਦਾ ਸੀ ਗਗਨ ਕਿ ਭਾਜਪਾ ਦੀ ਸਰਕਾਰ ਅਗਰ ਅਣਮਿੱਥੇ ਸਮੇਂ ਲਈ ਵੀ ਕਾਨੂੰਨ ਮੁਲਤਵੀ ਕਰ ਦੇ, ਕਿਸਾਨਾਂ ਅੱਗੇ ਹਾਰ ਨਹੀਂ ਮੰਨਣੀ ਜੇ ਸਰਕਾਰ ਨੇ, ਜਾਂ ਕਿਸਾਨਾਂ ਦੀ ਮੰਗ ਨਹੀਂ ਗਗਨ ਮੰਨਣੀ, ਤਾਂ ਕੋਵਿਡ ਦਾ ਬਹਾਨਾ ਲਾ ਦੇਣ ਵੀ ਕੋਵਿਡ ਕਰਕੇ ਅਸੀਂ ਨਹੀਂ ਚਾਹੁੰਦੇ ਕਿ ਸਥਿਤੀਆਂ ਚਿੰਤਾਜਨਕ ਬਣਨ ਤੇ ਅਸੀਂ ਜਿਹੜੇ 3 ਖੇਤੀ ਕਾਨੂੰਨ ਨੇ ਇਹਨਾਂ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰਦੇ ਹਾਂ। ਸੋ ਮੈਨੂੰ ਲੱਗਦਾ ਉਹ ਵੀ ਇੱਕ ਗੱਲ ਚੰਗੇ ਪਾਸੇ ਤੁਰ ਜਾਣੀ ਸੀ, ਪਰ ਸਰਕਾਰ ਵੀ ਆਪਣੀ ਜ਼ਿੱਦ ਤੇ ਹੈ ਤੇ ਕਿਸਾਨ ਵੀ ਆਪਣੇ ਅੰਦੋਲਨ ਤੇ ਖੜੇ ਨੇ। ਔਰ ਕਿਸਾਨਾਂ ਨੇ ਹੁਣ 26 ਮਈ ਨੂੰ ਕਾਲਾ ਦਿਵਸ ਮਨਾਉਣ ਦਾ ਫੈਸਲਾ ਕੀਤਾ ਹੈ। ਦੇਸ਼ ਭਰ 'ਚ ਕਿਸਾਨ ਕਹਿੰਦੇ ਨੇ ਇਹ ਕਾਲਾ ਦਿਵਸ ਮਨਾਇਆ ਜਾਏਗਾ। ਔਰ ਇਸ ਦੌਰਾਨ ਜਿਹੜੇ ਸੱਤਾ ਧਿਰ ਦੇ ਆਗੂ ਨੇ ਉਹਨਾਂ ਦੇ ਪੁਤਲੇ ਸਾੜੇ ਜਾਣੇ ਨੇ, ਕਿਉਂਕਿ ਪੁਤਲੇ ਸਾੜਨ ਦੀ ਪਰੰਪਰਾ ਸਾਡੇ ਬਹੁਤ ਪੁਰਾਣੀ ਹੈ ਮੁਲਕ ਦੇ ਵਿੱਚ। ਜਦੋਂ ਵੀ ਕੋਈ ਵਿਰੋਧ ਪ੍ਰਦਰਸ਼ਨ ਹੁੰਦਾ ਹੈ ਤੇ ਪੁਤਲੇ ਸਾੜੇ ਜਾਂਦੇ ਨੇ। ਮੈਂ ਤਾਂ ਡਾਕਟਰ ਮਨਮੋਹਨ ਸਿੰਘ ਵਰਗੇ ਸੱਜਣ ਪ੍ਰਧਾਨ ਮੰਤਰੀ ਸੀ ਜਿਹੜੇ, ਉਹਨਾਂ ਦੇ ਵੀ ਪੁਤਲੇ ਸੜਦੇ ਵੇਖੇ ਨੇ। ਹੁਣ ਵਾਲੇ ਜਿਹੜੇ ਪ੍ਰਧਾਨ ਮੰਤਰੀ ਨੇ ਉਹਨਾਂ ਦੇ ਵੀ ਪੁਤਲੇ ਸੜਦੇ ਵੇਖੇ ਨੇ। ਸੋ ਪੁਤਲੇ ਤਾਂ ਇੱਕ ਸੰਕੇਤਕ ਰੋਸ ਹੈ, ਪੁਤਲੇ ਸਾੜਨਾ। ਸੋ ਪੁਤਲੇ ਫੇਰ ਸਾੜੇ ਜਾਣਗੇ ਸਰਕਾਰੀ ਧਿਰ ਦੇ ਆਗੂਆਂ ਦੇ ਕਿਸਾਨਾਂ ਵੱਲੋਂ ਰੋਸ ਵਜੋਂ। ਔਰ ਇਹਦੇ ਨਾਲ ਨਾਲ ਇਹ ਸੱਦਾ ਅੱਜ ਵੱਜਣਾ ਹੈ, ਇਸ ਵਾਰ ਮਾਰਿਆ ਹੈ ਕਿ ਜਿੱਥੇ ਜਿੱਥੇ ਵੀ ਕਿਸਾਨ ਪਰਿਵਾਰ ਨੇ ਮੁਲਕ ਦੇ, ਉਹ ਸਾਰੇ ਕਾਲੇ ਝੰਡੇ ਲਹਿਰਾਉਣ। ਦੇਖੋ, ਸਾਡੇ ਮੁਲਕ ਦੀ 70-80% ਆਬਾਦੀ ਹੈ ਜਿਹੜੀ ਗਗਨ, ਉਹ ਕਿਸਾਨੀ ਹੈ। ਹੁਣ ਅਗਰ ਮੁਲਕ 'ਚ 70-80% ਆਬਾਦੀ, ਜੇ ਮੁਲਕ ਦੀ 50% ਆਬਾਦੀ ਨੇ ਵੀ ਕਾਲੇ ਝੰਡੇ ਲਹਿਰਾਤੇ, ਮੈਂ ਕਹਿੰਦਾ ਇਹ ਕੋਈ ਦੁਨੀਆ ਦਾ ਵਰਲਡ ਰਿਕਾਰਡ ਬਣ ਜਾਊਗਾ ਕਿ ਭਾਰਤ ਦੇ ਵਿੱਚ ਸੈਟਲਾਈਟ ਦੀਆਂ ਤਸਵੀਰਾਂ 'ਚ ਸਭ ਕੁਝ ਕਾਲੇ ਝੰਡਿਆਂ ਦੇ ਰੂਪ 'ਚ ਹੀ ਦਿਖੂਗਾ। ਸੋ ਇਸ ਕਰਕੇ ਇਹ ਕਿਸਾਨਾਂ ਨੇ ਇੱਕ ਬਹੁਤ ਵੱਡਾ ਪ੍ਰੋਗਰਾਮ ਦਿੱਤਾ ਹੈ। ਔਰ ਇਹਦੇ ਤੇ ਮੈਨੂੰ ਇਹ ਲੱਗਦਾ ਕਿ 26 ਮਈ ਦੀ ਤਰੀਕ ਹਜੇ ਦੂਰ ਹੈ। ਸੋ ਜ਼ਰੂਰ ਸਾਡੀ ਸਰਕਾਰ ਨੂੰ ਉਸ ਤੋਂ ਪਹਿਲਾਂ ਹੀ ਹੱਲ ਕੱਢ ਲੈਣਾ ਚਾਹੀਦਾ ਹੈ। ਔਰ ਕਿਸਾਨਾਂ ਨੇ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਗਗਨ, ਔਰ ਪ੍ਰੈਸ ਕਾਨਫਰੰਸ 'ਚ ਵੀ ਕਿਸਾਨਾਂ ਨੇ ਦੱਬ ਕੇ ਗੁੱਸਾ ਸਰਕਾਰ ਦੇ ਖਿਲਾਫ ਆਪਣਾ ਕੱਢਿਆ। ਔਰ ਨਾਲ ਨਾਲ ਉਹਨਾਂ ਨੇ ਇਹ ਵੀ ਕਿਹਾ, ਉਹ ਕਹਿੰਦੇ ਵੀ ਜਾਣ ਬੁੱਝ ਕੇ ਕੁਝ ਲੀਡਰ ਨੇ ਜਿਹੜੇ ਵੱਖ-ਵੱਖ ਸਰਕਾਰਾਂ ਦੇ, ਸੂਬਾ ਔਰ ਕੇਂਦਰ ਦੇ, ਉਹ ਇਹ ਕਹਿ ਰਹੇ ਨੇ ਕਿ ਕਿਸਾਨ ਧਰਨਾ ਅੰਦੋਲਨ ਵਾਲੀਆਂ ਥਾਵਾਂ ਨੇ ਜਿਹੜੀਆਂ ਉਹ ਹੌਟ ਸਪੌਟ ਬਣ ਰਹੀਆਂ ਨੇ। ਉਹ ਕਹਿੰਦੇ ਕੋਈ ਵੀ ਕੋਵਿਡ ਦਾ ਹੌਟ ਸਪੌਟ ਸਾਡੇ ਕਿਸਾਨ ਧਰਨੇ 'ਚ ਨਹੀਂ ਬਣਿਆ, ਬਲਕਿ ਸਰਕਾਰ ਆਪਣੀਆਂ ਕਮੀਆਂ ਲੁਕਾਉਣ ਦੇ ਲਈ ਸਾਡੇ ਤੇ ਸਵਾਲ ਚੱਕ ਰਹੀ ਹੈ। ਗਗਨ, ਇੱਕ ਗੱਲ ਹੋਰ ਵੀ ਹੈ। ਦੇਖੋ, ਕਿਸਾਨਾਂ ਦੀ ਮੈਂ ਦੇਖਿਆ ਸੰਯੁਕਤ ਕਿਸਾਨ ਮੋਰਚੇ ਔਰ ਭਾਰਤੀ ਕਿਸਾਨ ਯੂਨੀਅਨ, ਗੁਰਨਾਮ ਸਿੰਘ ਚਡੂਨੀ ਜਿਹੜੇ ਕਿ ਹਰਿਆਣੇ ਦੇ ਪ੍ਰਧਾਨ ਨੇ, ਉਹਨਾਂ ਦਾ ਮੈਂ ਬਿਆਨ ਵੀ ਸੁਣਿਆ ਸੀ। ਉਹ ਕਹਿੰਦੇ ਵੀ ਅਸੀਂ ਟਰਾਲੀਆਂ ਦੇਣ ਨੂੰ ਤਿਆਰ ਹਾਂ, ਜਿੱਥੇ ਆਕਸੀਜਨ ਦੇ ਸਿਲੰਡਰ ਭੇਜਣੇ ਨੇ, ਵੈਂਟੀਲੇਟਰ ਭੇਜਣੇ ਨੇ, ਸਰਕਾਰ ਸਾਡੀਆਂ ਸੇਵਾਵਾਂ ਲਵੇ। ਸਾਡੇ ਤੇ ਜਿਹੜੇ ਇਲਜ਼ਾਮ ਲਾਉਂਦੇ ਸੀ ਲੀਡਰ, ਉਹ ਗੱਲ ਵੱਖਰੀ ਹੈ, ਪਰ ਦੁੱਖ ਦੇ ਵਕਤ ਅਸੀਂ ਨਾਲ ਖੜੇ ਹਾਂ ਤੇ ਅਸੀਂ ਆਪਣੀਆਂ ਸੇਵਾਵਾਂ ਦੇਣ ਨੂੰ ਤਿਆਰ ਹਾਂ। ਸੋ ਮੈਨੂੰ ਲੱਗਦਾ ਇਹ ਕਿਸਾਨਾਂ ਨੇ ਵੀ ਬਹੁਤ ਵੱਡੀ ਜਿਹੜੀ ਪਹਿਲ ਹੈ ਇਸ ਬਿਆਨ ਦੇ ਨਾਲ ਕੀਤੀ ਹੈ। ਔਰ ਜਿਹੜੀ ਇਹ ਪ੍ਰੈਸ ਕਾਨਫਰੰਸ ਹੋਈ ਹੈ ਕਿਸਾਨਾਂ ਦੀ, ਕਿਵੇਂ ਉਹਨਾਂ ਨੇ ਆਪਣੀ ਅਗਲੀ ਰਣਨੀਤੀ ਨੂੰ ਉਲੀਕਣਾ ਹੈ, ਕਿਵੇਂ ਇਸ ਅੰਦੋਲਨ ਨੂੰ ਹੋਰ ਤਕੜਾ ਕਰਨਾ ਹੈ, ਮੈਂ ਜ਼ਰੂਰ ਚਾਹੂੰਗਾ ਗਗਨ ਇੱਕ ਵਾਰੀ ਕਿਸਾਨ ਆਗੂ ਦੀ ਗੱਲ ਜ਼ਰੂਰ ਸੁਣਾ ਦਿਓ ਜੀ। ਸੰਯੁਕਤ ਕਿਸਾਨ ਮੋਰਚੇ ਵੱਲੋਂ ਸਾਰੇ ਦੇਸ਼ ਦੀਆਂ ਸਾਰੀਆਂ ਜਥੇਬੰਦੀਆਂ ਨੂੰ, ਸਾਰੇ ਆਮ ਸ਼ਹਿਰੀਆਂ ਨੂੰ, ਸਾਰੇ ਕਿਸਾਨਾਂ ਨੂੰ, ਖਾਸ ਤੌਰ ਤੇ ਮਜ਼ਦੂਰਾਂ ਨੂੰ ਇਹ ਅਪੀਲ ਕੀਤੀ ਹੈ ਵੀ ਉਸ ਦਿਨ ਕਾਲਾ ਦਿਵਸ ਮਨਾਓ। ਆਪਣੇ ਘਰਾਂ ਦੇ ਵੀ ਕਾਲੇ ਝੰਡੇ ਲਾਓ, ਆਪਣੇ ਵਹੀਕਲਸ ਤੇ ਵੀ ਕਾਲੇ ਝੰਡੇ ਲਾਓ। ਔਰ ਦਿਨੇ 12 ਵਜੇ ਤੱਕ ਹਰੇਕ ਪਿੰਡ ਜਾਂ ਮਹੱਲਾ ਇਕੱਠਾ ਹੋ ਕੇ नरेंद्र मोदी प्रधानमंत्री का पुतला भी फूकेगा। ये सारे देश में होएगा। लेकिन किसान आंदोलन की तरफ से हमने कभी डिनाई नहीं किया
हमने हमेशा, सरकार ने कहा, प्राइम मिनिस्टर ने कहा, मैं एक कॉल की दूरी पे हूँ, हम पूछते रहे कि बताओ किस नंबर पे हम कॉल करें, वी आर रेडी टू सिट ऑन द टेबल। तो हमने कभी इनकार नहीं किया। जब भी सरकार बुलाएगी हम जाएंगे, बातचीत करेंगे, क्योंकि हमें पता है कि हर मसले का हल बातचीत से ही होता है। ਸੋ ਤੁਸੀਂ ਬਲਬੀਰ ਸਿੰਘ ਰਾਜੇਵਾਲ ਔਰ ਹੋਰ ਲੀਡਰਾਂ ਦੇ ਜਿਹੜੇ ਕਿਸਾਨ ਆਗੂ ਨੇ ਉਹਨਾਂ ਦੀ ਗੱਲ ਸੁਣੀ ਹੈ ਗਗਨ। ਸੋ ਮੈਨੂੰ ਇਹ ਲੱਗਦਾ ਹੈ ਕਿ 26 ਮਈ ਤੋਂ ਪਹਿਲਾਂ ਅਗਰ ਸਰਕਾਰ ਨਿਬੇੜੇ, ਬਲਕਿ ਕਿਸੇ ਵੀ ਦਿਨ ਸਰਕਾਰ ਨੂੰ ਗੱਲਬਾਤ ਦਾ ਸੱਦਾ ਦੇ ਦੇਣਾ ਚਾਹੀਦਾ ਕਿਸਾਨਾਂ ਨੂੰ ਰਸਮੀ ਤੌਰ ਤੇ, ਔਰ ਗੱਲਬਾਤ ਕਰਕੇ ਅਣਮਿੱਥੇ ਸਮੇਂ ਲਈ ਇਹ ਕਾਨੂੰਨ ਹੁਣ ਮੁਲਤਵੀ ਕਰ ਦੇਣੇ ਚਾਹੀਦੇ ਨੇ। ਕਿਉਂਕਿ ਸਰਕਾਰਾਂ ਪਹਿਲਾਂ ਹੀ ਪੱਛਮੀ ਬੰਗਾਲ ਵਗੈਰਾ 'ਚ ਰੁੱਝੀਆਂ ਰਹੀਆਂ ਗਗਨ। ਹਰਿਆਣੇ ਵਾਲੇ ਆਪਣਾ ਰੁੱਝੇ ਰਹੇ, ਪੱਛਮੀ ਬੰਗਾਲ ਵਾਲੇ ਆਪਣਾ ਰੁੱਝੇ ਰਹੇ, ਕੇਰਲ ਅਸਾਮ ਵਾਲੇ ਆਪਣਾ ਰੁੱਝੇ ਰਹੇ। ਹੁਣ ਤਾਂ ਦੇਖੋ ਪੂਰਨ ਲੋਕਡਾਊਨ ਲੱਗ ਰਹੇ ਨੇ, ਪੂਰਨ ਲੋਕਡਾਊਨ ਮੁਲਕ ਦੇ ਕਈ ਹਿੱਸਿਆਂ ਦੇ ਵਿੱਚ ਲੱਗ ਰਹੇ ਨੇ। ਸੋ ਸਰਕਾਰਾਂ ਪਹਿਲਾਂ ਆਪ ਰੈਲੀਆਂ ਕਰਦੀਆਂ ਰਹੀਆਂ, ਤੇ ਉਦੋਂ ਅਗਰ ਸਰਕਾਰਾਂ ਪਾਰਟੀਆਂ ਰੈਲੀਆਂ ਕਰਨ ਦੀ ਥਾਂ ਕਿਸਾਨਾਂ ਨਾਲ ਹੀ ਗੱਲਬਾਤ ਕਰ ਲੈਂਦੀਆਂ ਤੇ ਅੱਜ ਕੋਵਿਡ ਐਡੀ ਚਿੰਤਾਜਨਕ ਸਥਿਤੀ 'ਚ ਨਹੀਂ ਹੋਣਾ। ਸੋ ਟੱਲਾ ਸਾਹਿਬ, ਇਸ ਦੇ ਨਾਲ ਹੀ ਹੁਣ ਅੱਗੇ ਵਧੀਏ ਤਾਂ ਪੰਜਾਬ ਦੇ ਵਿੱਚੋਂ ਸਿੱਧੂ ਦੇ ਵੱਲ ਵਧੀਏ ਤੇ ਉਸ ਤੋਂ ਬਾਅਦ ਭਗਵੰਤ ਮਾਨ ਦੇ ਬਿਆਨ ਦੇ ਵੱਲ ਵੀ ਜਾਵਾਂਗੇ। ਸਿੱਧੂ ਦਾ ਜਿਸ ਤਰ੍ਹਾਂ ਦਾ ਬਿਆਨ ਸੀ, ਹੁਣ ਉਸੇ ਤਰ੍ਹਾਂ ਦੇ ਬਿਆਨ ਕਾਂਗਰਸ ਦੇ ਵਿੱਚੋਂ ਸਾਰੇ ਦੇਣ ਲੱਗੇ ਨੇ। ਗੁਰਜੀਤ ਔਜਲਾ ਨੂੰ ਬਹੁਤ ਵੱਡਾ ਜਿਹੜਾ ਕਾਂਗਰਸ ਦੇ ਵਿੱਚ ਚਿਹਰਾ ਮੰਨਿਆ ਜਾਂਦਾ ਤੇ ਹਮੇਸ਼ਾ ਹੀ ਉਹ ਪੱਖ ਦੇ ਵਿੱਚ ਬੋਲੇ ਨੇ, ਕਾਂਗਰਸ ਦੇ ਬੋਲ ਹਜੇ ਵੀ ਰਹੇ ਨੇ। ਪਰ ਹੁਣ ਜਿਹੜੀ ਗੱਲ ਕਹਿ ਕੇ ਗਏ ਨੇ ਕਿ ਪੰਜਾਬ ਦੇ ਵਿੱਚ ਹਜੇ ਵੀ ਪੁਰਾਣੀ ਸਰਕਾਰ ਦੇ ਉੱਤੇ ਹੀ ਜਿਹੜੀ ਅਫਸਰਸ਼ਾਹੀ ਕੰਮ ਕਰ ਰਹੀ ਹੈ, ਇਹਨੂੰ ਕਿਤੇ ਇਹ ਬੜੀ ਹੈਰਾਨੀ ਵਾਲੀ ਗੱਲ ਹੈ। ਦੇਖੋ ਕੈਪਟਨ ਅਮਰਿੰਦਰ ਨੂੰ ਇੱਕ ਸਿੱਟ ਬਣਾਉਣੀ ਚਾਹੀਦੀ ਹੈ ਹੁਣ। ਬਾਕੀ ਤਾਂ ਸਿੱਟਾਂ ਬਹੁਤ ਬਣਾਤੀਆਂ ਕੈਪਟਨ ਅਮਰਿੰਦਰ ਨੇ। ਦੇਖੋ ਉਹਨਾਂ ਦੀ ਸਿੱਟਾਂ ਕਿੱਡੀਆਂ ਕਾਮਯਾਬ ਰਹੀਆਂ। ਪਿਛਲੀ ਸਿੱਟ ਤਾਂ ਹਾਈ ਕੋਰਟ ਨੇ ਵਿਹਲੀ ਕਰਤੀ, ਸੁਪਰੀਮ ਕੋਰਟ ਵੀ ਨਹੀਂ ਗਏ ਕੈਪਟਨ ਅਮਰਿੰਦਰ। ਹੁਣ ਕੈਪਟਨ ਅਮਰਿੰਦਰ ਨੂੰ ਚਾਹੀਦਾ ਇੱਕ ਸਿੱਟ ਬਣਾਉਣ ਕੈਪਟਨ ਅਮਰਿੰਦਰ। ਉਹ ਸਿੱਟ ਇਹ ਜਾਂਚ ਕਰੇ ਵੀ ਪੰਜਾਬ 'ਚ ਰਾਜ ਕੈਪਟਨ ਅਮਰਿੰਦਰ ਦਾ ਜਾਂ ਅਕਾਲੀਆਂ ਦਾ। ਇਹ ਮੈਨੂੰ ਲੱਗਦਾ ਸਿੱਟ ਹੀ ਬਣਾਉਣੀ ਚਾਹੀਦੀ। ਇਹ ਮੰਗ ਪੋਲੀਟੀਕਲ ਪਾਰਟੀ ਨੇ ਨਹੀਂ ਕਿਸੇ ਨੇ ਕੀਤੀ। ਚਲੋ ਮੈਂ ਬਤੌਰ ਪੱਤਰਕਾਰ ਆਪਣੀ ਰਾਏ ਰੱਖ ਲਈ ਵੀ ਕੈਪਟਨ ਅਮਰਿੰਦਰ ਨੂੰ ਚਾਹੀਦਾ ਪੰਜਾਬ 'ਚ ਇੱਕ ਸਿੱਟ ਬਣਾ ਦੇਣ ਔਰ 2 ਮਹੀਨਿਆਂ 'ਚ ਸਿੱਟ ਨਤੀਜਾ ਦੇ ਦੇ। ਇਹ ਨਾ ਹੋਵੇ ਕੈਪਟਨ ਸਾਹਿਬ ਕਿਤੇ ਚੋਣਾਂ ਹੀ ਲੰਘ ਜਾਣ, ਮੁੜ ਕੇ ਦਿੱਕਤ ਹੋ ਜੂਗੀ, ਚੋਣ ਜਾਬਤਾ ਲੱਗ ਗਿਆ ਤਾਂ। ਇਹ ਸਿੱਟ ਤਾਂ 2 ਮਹੀਨਿਆਂ 'ਚ ਰਿਜ਼ਲਟ ਦੇ ਦੇ ਵੀ ਪੰਜਾਬ 'ਚ ਸਰਕਾਰ ਕੈਪਟਨ ਅਮਰਿੰਦਰ ਦੀ ਹੈ ਤੇ ਚੱਲਦੀ ਅਕਾਲੀਆਂ ਦੀ ਹੈ, ਜਾਂ ਕੈਪਟਨ ਦੀ ਚੱਲਦੀ ਜਾਂ ਅਕਾਲੀਆਂ ਦਾ ਰਾਜ ਚੱਲਦਾ। ਇਹ ਸਿੱਟ ਬਣਾ ਕੇ ਮੈਨੂੰ ਲੱਗਦਾ ਕਿਸੇ ਜੱਜ ਨੂੰ ਦੇ ਦੇਣੀ ਚਾਹੀਦੀ ਹੈ, ਸਿਟਿੰਗ ਜੱਜ ਕੋਲੇ ਜਾਂਚ, ਤਾਂ ਹੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਊਗਾ। ਮੈਂ ਸਵਾਲ ਇਸ ਕਰਕੇ ਕਰ ਰਿਹਾ, ਸਿੱਧੂ ਇਹ ਗੱਲ ਕਰਦਾ ਸੀ ਕਾਂਗਰਸੀਆਂ ਨੂੰ ਪਸੰਦ ਨਹੀਂ ਸੀ ਆਉਂਦੀ। ਰਵਨੀਤ ਬਿੱਟੂ ਪਹਿਲਾਂ ਕਹਿੰਦਾ ਕਾਰਵਾਈ ਹੋਣੀ ਚਾਹੀਦੀ ਹੈ ਨਵਜੋਤ ਸਿੱਧੂ ਤੇ, ਉਹ ਅਨੁਸ਼ਾਸਨਹੀਨਤਾ ਭੰਗ ਕਰਦਾ। ਹੁਣ ਵਿੱਚ ਰਵਨੀਤ ਬਿੱਟੂ ਆਪ ਕਹੀ ਜਾਂਦਾ ਵੀ ਜੇ ਕੈਪਟਨ ਅਮਰਿੰਦਰ ਤੋਂ ਗ੍ਰਹਿ ਮੰਤਰਾਲਾ ਨਹੀਂ ਚੱਲਦਾ ਤੇ ਕਿਸੇ ਹੋਰ ਨੂੰ ਬਣਾ ਦਿਓ। ਕਈ ਵਾਰੀ ਮੈਂ ਰਵਨੀਤ ਬਿੱਟੂ ਦੇ ਬਿਆਨ ਸੁਣ ਕੇ, ਕਈ ਵਾਰੀ ਨਾ ਮੈਂ ਨਵਾਂ ਬਿਆਨ ਸੁਣ ਕੇ ਉਹਦਾ ਪਿਛਲਾ ਬਿਆਨ ਜ਼ਰੂਰ ਸੁਣਦਾ ਵੀ ਕਿਤੇ ਮੈਨੂੰ ਭੁਲੇਖਾ ਤਾਂ ਨਹੀਂ ਪੈ ਗਿਆ। ਸੋ ਰਵਨੀਤ ਬਿੱਟੂ ਦੇ ਬਿਆਨ ਵੀ ਜਿਹੜੇ ਪੋਲੀਟੀਕਲ ਸਾਇੰਸ ਦੇ ਵਿਦਿਆਰਥੀ ਨੇ ਉਹਨਾਂ ਨੂੰ ਖੋਜ ਲਈ ਦੇ ਦੇਣੇ ਚਾਹੀਦੇ ਨੇ ਵੀ ਰਵਨੀਤ ਬਿੱਟੂ ਦੇ ਬਿਆਨ ਸੁਣ ਕੇ ਉਹ ਵੀ ਖੋਜ ਕਰ ਸਕਦੇ ਨੇ ਸਿਆਸੀ ਤੌਰ ਦੇ ਉੱਤੇ। ਔਰ ਸੋ ਗੁਰਜੀਤ ਔਜਲਾ ਨੇ ਜਿਹੜਾ ਬਿਆਨ ਦਿੱਤਾ, ਗੁਰਜੀਤ ਔਜਲਾ ਨੇ ਵੀ ਇਹੀ ਕਹਿਤਾ ਵੀ ਐਂ ਲੱਗਦਾ ਵੀ ਅਫਸਰ ਅਕਾਲੀਆਂ ਦਾ ਦਬਦਬਾ ਹੈ, ਅਫਸਰਸ਼ਾਹੀ ਤੇ। ਸੋ ਇਹਦਾ ਇੱਕੋ ਹੀ ਹੱਲ ਹੈ ਗਗਨ, ਮੈਨੂੰ ਲੱਗਦਾ ਇਹਦੀ ਜਾਂਚ ਹੋ ਜਾਣੀ ਚਾਹੀਦੀ ਹੈ, ਸਿੱਟ ਬਣਾ ਦੇਣੀ ਚਾਹੀਦੀ ਹੈ ਕੈਪਟਨ ਅਮਰਿੰਦਰ ਨੂੰ। ਚੀਫ ਕਿਸੇ ਹਾਈ ਕੋਰਟ ਦੇ ਸਿਟਿੰਗ ਜੱਜ ਤੋਂ ਜਾਂਚ ਕਰਾ ਲੈਣ ਕੈਪਟਨ ਅਮਰਿੰਦਰ, ਤਾਂ ਕਿ ਜਿਹੜੇ ਸਾਡੇ ਵਿਰੋਧੀ ਧਿਰਾਂ ਵਾਲੇ ਲੀਡਰ ਨੇ ਉਹਨਾਂ ਨੂੰ ਕੋਈ ਇਤਰਾਜ਼ ਨਾ ਹੋਵੇ। ਸੋ ਇਹਦੇ ਤੇ। ਔਰ ਦੂਸਰਾ ਗੱਲ, ਨਵਜੋਤ ਸਿੰਘ ਸਿੱਧੂ ਆਏ ਦਿਨ ਬਿਆਨ ਦਿੰਦੇ ਨੇ। ਦੇਖੋ ਮੈਂ ਤਾਂ ਫੋਟੋ ਦੇਖੀ ਇੱਕ, ਨਵਜੋਤ ਸਿੰਘ ਸਿੱਧੂ ਦਾ ਜਦੋਂ ਆਪਾਂ ਸੋਸ਼ਲ ਮੀਡੀਆ ਦਾ ਅਕਾਊਂਟ ਖੋਲ੍ਹਦੇ ਆ ਨਾ ਜੀ, ਨਵਜੋਤ ਸਿੰਘ ਸਿੱਧੂ ਦੇ ਨਾਲ ਬੀਬੀ ਰਾਹੁਲ ਗਾਂਧੀ, ਬੀਬੀ ਪ੍ਰਿੰਕਾ ਗਾਂਧੀ ਤੇ ਰਾਹੁਲ ਗਾਂਧੀ ਖੜੇ ਹੈ ਗਗਨ। ਮੈਂ ਜਦੋਂ ਨਵਜੋਤ ਸਿੰਘ ਸਿੱਧੂ ਦਾ ਪੇਜ ਦੇਖਦਾ, ਜਿਵੇਂ ਗਗਨ ਨੇ ਆਪਣੇ ਮੋਬਾਈਲ 'ਚ ਦਿਖਾਇਆ ਹੈ, ਵੀ ਨਵਜੋਤ ਸਿੰਘ ਸਿੱਧੂ ਨੇ ਪੂਰੇ ਟਵੀਟ ਕੀਤੇ ਹੋਏ ਨੇ, ਕੈਪਟਨ ਅਮਰਿੰਦਰ ਅੱਗੇ ਸਵਾਲ ਚੱਕੇ ਹੋਏ ਨੇ, ਇਨਸਾਫ ਦੀ ਮੰਗ ਦੇ ਟਵੀਟ ਨੇ, ਸਾਰੇ ਟਵੀਟ ਨੇ ਸਿੱਧੂ ਦੇ। ਤੇ ਸਿੱਧੂ ਦੇ ਨਾਲ ਕੌਣ ਹੈ ਉੱਪਰ ਟਵੀਟਾਂ ਦੇ? ਪ੍ਰਿੰਕਾ ਗਾਂਧੀ ਤੇ ਰਾਹੁਲ ਗਾਂਧੀ। ਇਹਦਾ ਮਤਲਬ ਸੰਕੇਤ ਇਹ ਜਾਂਦੇ ਆ ਵੀ ਜਿੰਨੇ ਟਵੀਟ ਜਾ ਰਹੇ ਨੇ ਨਵਜੋਤ ਸਿੰਘ ਸਿੱਧੂ ਦੇ ਕੈਪਟਨ ਅਮਰਿੰਦਰ ਬਾਰੇ ਜਾਂ ਇਨਸਾਫ ਦੀ ਮੰਗ ਬਾਰੇ, ਉਹਨਾਂ ਦੇ ਉੱਪਰ ਪ੍ਰਿੰਕਾ ਗਾਂਧੀ ਤੇ ਰਾਹੁਲ ਗਾਂਧੀ ਹੈ। ਮਤਲਬ ਕਿਤੇ ਨਾ ਕਿਤੇ ਹਾਈ ਕਮਾਂਡ ਦਾ ਹੱਥ ਹੋ ਸਕਦਾ। ਇਹ ਮਤਲਬ ਹੈਰਾਨੀ ਵਾਲੀ ਗੱਲ ਹੈ ਔਰ ਸਮਝਣ ਵਾਲੀ ਗੱਲ ਹੈ। ਸਮਝਣਾ ਚਾਹੀਦਾ ਕਿ ਸਿੱਧੂ ਦੇ ਪਿੱਛੇ ਹਾਈ ਕਮਾਂਡ ਹੈ, ਕਿਉਂਕਿ ਹਾਈ ਕਮਾਂਡ ਨੇ ਨਾ ਤਾਂ ਕੈਪਟਨ ਨੂੰ ਇਸ ਮਾਮਲੇ 'ਚ ਹਜੇ ਤੱਕ ਕੁਝ ਕਿਹਾ, ਨਾ ਸਿੱਧੂ ਨੂੰ। ਚੁੱਪ-ਚਪੀਤੇ ਦੋਨਾਂ ਲੀਡਰਾਂ ਨੂੰ ਫੋਨ ਕਰਕੇ ਕੁਝ ਸਮਝਾਇਆ ਹੋਵੇ ਤੇ ਉਹ ਗੱਲ ਵੱਖਰੀ ਹੈ ਜੀ। ਟੱਲਾ ਸਾਹਿਬ, ਜਿਸ ਤਰ੍ਹਾਂ ਬੀਤੇ ਦਿਨ ਤੋਂ ਰੌਲਾ ਪੈ ਰਿਹਾ ਸੀ ਕਿ ਨਵਜੋਤ ਸਿੰਘ ਸਿੱਧੂ ਦੇ ਕਰੀਬੀਆਂ ਦੇ ਉੱਤੇ ਵਿਜੀਲੈਂਸ ਸਕੰਜਾ ਕੱਸ ਰਹੀ ਹੈ, ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਟਵੀਟ ਕਰਦੇ ਨੇ ਮੋਸਟ ਵੈਲਕਮ, ਤੇ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦਾ ਜ਼ਿਕਰ ਆ ਜਾਂਦਾ। ਕਿੱਦਾਂ ਵੇਖ ਰਹੇ ਹੋ ਇਸ ਟਵੀਟ ਨੂੰ? ਇੱਧਰ ਜੋੜ ਲਈਏ ਕਿ ਨਾ ਜੋੜੀਏ? ਨਹੀਂ, ਦੇਖੋ ਮੈਂ ਅੱਗੇ ਕਈ ਵਾਰੀ ਗੱਲ ਕਹਿਣਾ ਹੁੰਦਾ, ਸੱਚ ਤੋਂ ਵੱਡਾ ਸੱਚ ਕੋਈ ਨਹੀਂ ਹੁੰਦਾ। ਸੋ ਨਵਜੋਤ ਸਿੰਘ ਸਿੱਧੂ ਆਪ ਕਹੀ ਜਾਂਦਾ ਤੁਹਾਡਾ ਸਵਾਗਤ ਹੈ। ਸੋ ਦੇਖੋ ਪਹਿਲੀ ਤਾਂ ਗੱਲ ਇਹ ਹੈ ਵੀ ਜੇ ਨਵਜੋਤ ਸਿੰਘ ਸਿੱਧੂ ਨੇ ਕੋਈ ਪੁੱਠਾ ਸਿੱਧਾ ਕੰਮ ਕੀਤਾ ਹੁੰਦਾ ਤੇ ਤੁਹਾਨੂੰ ਲੱਗਦਾ ਹੈ
ਕਿ ਬੀਜੇਪੀ ਨਾਲ ਜਿੱਡਾ ਟਾਕਰਾ ਸੀ ਸਿੱਧੂ ਦਾ, ਜਿੱਡਾ ਜਹਾਜ਼ਾਂ 'ਚ ਰੈਲੀਆਂ ਕੀਤੀਆਂ ਸਿੱਧੂ ਨੇ, ਬੀਜੇਪੀ ਦੇ ਲੀਡਰਾਂ ਨੂੰ ਜਿੰਨੇ ਨਿਸ਼ਾਨੇ ਤੇ ਲਿਆਂਦਾ, ਤੁਹਾਨੂੰ ਲੱਗਦਾ ਹੈ ਵੀ ਨਵਜੋਤ ਸਿੰਘ ਸਿੱਧੂ ਦੇ ਘਰੇ ਈਡੀ ਵਾਲੇ ਚਾਹ ਪੀਣ ਨਾ ਜਾਂਦੇ? ਤੁਹਾਨੂੰ ਲੱਗਦਾ ਹੈ ਆਹ ਅਰਵਿੰਦ ਕੇਜਰੀਵਾਲ ਸੀ ਮੁੱਖ ਮੰਤਰੀ ਦਿੱਲੀ ਦਾ, ਆ ਕਿੰਨੀ ਵਾਰੀ ਸੀਬੀਆਈ ਵਾਲੇ ਜਾਏ ਉਹਦੇ ਦਫ਼ਤਰ ਚਾਹ ਪੀਣ? ਤੁਹਾਨੂੰ ਲੱਗਦਾ ਕਿ ਸਿੱਧੂ ਦੇ ਘਰੇ ਸੀਬੀਆਈ ਵਾਲਾ ਚਾਹ ਪੀਣ ਨਾ ਗਿਆ ਹੁੰਦਾ ਹੁਣ ਤੱਕ? ਜੀ। ਇਸ ਕਰਕੇ ਦੇਖੋ, ਇੱਕ ਪੰਜਾਬੀ 'ਚ ਕਹਾਵਤ ਹੈ ਕਿ ਫੋਕੇ ਫੈਂਟਰ ਨਹੀਂ ਛੱਡੀ ਦੇ। ਸੋ ਇਹ ਪਤਾ ਨਹੀਂ ਕਿੱਥੋਂ ਵਿਜੀਲੈਂਸ ਵਾਲੀ ਗੱਲ ਆ ਗਈ। ਸੱਚ ਤੋਂ ਵੱਡਾ ਸੱਚ ਕੋਈ ਨਹੀਂ ਹੁੰਦਾ, ਤੇ ਸੱਚ ਹੀ ਸਭ ਤੋਂ ਵੱਡਾ ਸੱਚ ਹੈ। ਸੋ ਜੋ ਸੱਚ ਹੈ ਉਹ ਸੱਚ ਹੀ ਰਹਿਣਾ ਹੈ। ਸੱਚ ਨੂੰ ਝੂਠੀ ਕਾਰਵਾਈ ਦੇ ਨਾਲ ਧੁਮਿਲ ਨਹੀਂ ਕੀਤਾ ਜਾ ਸਕਦਾ। ਸੋ ਜਿਵੇਂ ਏਕ ਓਂਕਾਰ ਹੈ, ਉਸ ਤੋਂ ਵੱਡੀ ਕੋਈ ਚੀਜ਼ ਨਹੀਂ, ਇਸੇ ਤਰ੍ਹਾਂ ਸੱਚ ਹੈ ਜਿਹੜਾ, ਸੱਚ 'ਚ ਹੀ ਪਰਮਾਤਮਾ ਹੈ। ਜੀ ਬਿਲਕੁਲ। ਸੋ ਹੁਣ ਨਵਜੋਤ ਸਿੰਘ ਸਿੱਧੂ ਦਾ ਟਵੀਟ ਹੁਣ ਫਿਰ ਚਰਚਾਵਾਂ ਦੇ ਵਿੱਚ ਰਹੇਗਾ, ਕਿਉਂਕਿ ਇਸ ਟਵੀਟ ਦੇ ਵਿੱਚ ਜੋ ਲਾਈਨਾਂ ਲਿਖਤੀਆਂ, ਮੋਸਟ ਵੈਲਕਮ, ਪਲੀਜ਼ ਡੂ ਯੂਅਰ ਬੈਸਟ, ਕੈਪਟਨ ਅਮਰਿੰਦਰ ਸਿੰਘ ਦੇ ਨਾਮ ਦਾ ਜ਼ਿਕਰ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਵੱਡਾ ਮਸਲਾ ਬਣੇਗਾ। ਸੋ ਡੱਲਾ ਸਾਹਿਬ, ਇਸ ਦੇ ਨਾਲ ਹੀ ਅੱਗੇ ਵਧੀਏ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਨਾਮ ਲੈ ਕੇ ਇੱਕ ਵਾਰ ਫਿਰ ਤੋਂ ਭਗਵੰਤ ਮਾਨ ਨੇ ਘੇਰਿਆ। ਭਗਵੰਤ ਮਾਨ ਕਹਿੰਦੇ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਰੋਨਾ ਦੇ ਮਸਲੇ ਤੇ ਪੰਜਾਬ ਨੂੰ ਲਵਾਰਸ ਛੱਡਤਾ। ਕਿੱਦਾਂ ਵੇਖ ਰਹੇ ਹੋ ਇਸ ਬਿਆਨ ਨੂੰ? ਦੇਖੋ, ਜਿਹੜਾ ਇਹ ਭਗਵੰਤ ਮਾਨ ਦਾ ਬਿਆਨ ਹੈ ਨਾ, ਵੀ ਕੈਪਟਨ ਅਮਰਿੰਦਰ ਨੇ ਬਿਆਨ ਦਿੱਤਾ ਵੀ ਤੁਸੀਂ ਠੀਕਰੀ ਪਹਿਰੇ ਲਾਓ, ਅਣਜਾਣ ਬੰਦੇ ਨੂੰ ਪਿੰਡਾਂ 'ਚ ਨਾ ਵੜਨ ਦਿਓ, ਇਹਦਾ ਮਤਲਬ ਦੇਖੋ ਕੈਪਟਨ ਅਮਰਿੰਦਰ ਨੇ ਇਹਦੇ 'ਚ ਕੋਈ ਮਾੜੀ ਗੱਲ ਨਹੀਂ ਕਹੀ। ਮੈਂ ਭਗਵੰਤ ਮਾਨ ਦਾ ਬਿਆਨ ਸੁਣ ਰਿਹਾ ਸੀ, ਭਗਵੰਤ ਮਾਨ ਨੇ ਥੋੜ੍ਹਾ ਜਿਹਾ ਸਿਆਸੀ ਰੰਗਤ ਇਹਨੂੰ ਦਿੱਤਾ। ਦੇਖੋ, ਇਹ ਕੋਵਿਡ ਵਾਲਾ ਬਿਆਨ ਹੈ ਨਾ, ਇਹ ਸ਼ੁੱਧ, ਇਹ ਭਾਵਨਾਵਾਂ ਜੁੜੀਆਂ ਨੇ ਕੈਪਟਨ ਅਮਰਿੰਦਰ ਦੀਆਂ ਵੀ। ਉਹ ਕੈਪਟਨ ਅਮਰਿੰਦਰ ਵੀ ਮੁੱਖ ਮੰਤਰੀ ਹੈ। ਨਾਲੇ ਅਸੀਂ ਇੱਕ ਗੱਲ ਨਾ ਭੁੱਲੀਏ, ਕੈਪਟਨ ਅਮਰਿੰਦਰ ਨਾਲ ਤਮਾਮ ਵਿਰੋਧ ਨੇ ਕਿ ਇਨਸਾਫ ਨਹੀਂ ਮਿਲਿਆ, ਘਰ ਘਰ ਨੌਕਰੀ ਨਹੀਂ ਮਿਲੀ, ਮੋਬਾਈਲ ਨਹੀਂ ਮਿਲੇ ਨੌਜਵਾਨਾਂ ਨੂੰ, ਸਾਰਿਆਂ ਦਾ ਕਰਜ਼ਾ ਮਾਫ ਨਹੀਂ ਹੋਇਆ। ਕੈਪਟਨ ਅਮਰਿੰਦਰ ਉਸ ਤਰ੍ਹਾਂ ਦੀ ਗੱਲਾਂ ਨਹੀਂ ਪੂਰੀਆਂ ਕਰ ਸਕੀਆਂ ਜਿਹੜੇ ਵਾਅਦੇ ਕੀਤੇ ਸੀ। ਪਰ ਇੱਕ ਗੱਲ ਅਸੀਂ ਨਾ ਭੁੱਲੀਏ ਕਿ ਕੋਵਿਡ ਦੇ ਮਾਮਲੇ ਦੇ ਵਿੱਚ ਕਿਤੇ ਨਾ ਕਿਤੇ ਕੈਪਟਨ ਅਮਰਿੰਦਰ ਦਾ ਔਰ ਪੰਜਾਬ ਦੇ ਅਫਸਰਾਂ ਦਾ ਜਿਹੜਾ ਕੰਮ ਹੈ ਉਹ ਤਸੱਲੀ ਬਖਸ਼ ਰਿਹਾ। ਅਸੀਂ ਫੇਲ ਨਹੀਂ ਕਹਿੰਦੇ, ਤਸੱਲੀ ਬਖਸ਼ ਰਿਹਾ। ਅਸੀਂ ਬਹੁਤ ਜ਼ਿਆਦਾ ਨੰਬਰ ਵੀ ਨਹੀਂ ਦਿੰਦੇ ਵੀ 10 ਚੋਂ 9 ਨੰਬਰ ਲੈ ਗਏ ਕੈਪਟਨ ਅਮਰਿੰਦਰ। ਸੋ ਮੇਰੇ ਵਰਗਾ ਸਧਾਰਨ ਵਿਦਿਆਰਥੀ 10 ਚੋਂ 5 ਵਾਲਾ ਜਿਹੜਾ 5 ਨੰਬਰ ਤਾਂ ਹੈਗੇ ਆ। ਤਸੱਲੀ ਬਖਸ਼ ਕੰਮ ਹੋਇਆ ਪੰਜਾਬ 'ਚ। ਦੇਖੋ, ਨਾ ਆਕਸੀਜਨ ਦੀ ਕਮੀ ਹੈ, ਨਾ ਪੰਜਾਬ 'ਚ ਹਸਪਤਾਲਾਂ 'ਚ ਉੱਡੀ ਮਾਰਾਮਾਰੀ ਹੈ, ਔਰ ਪੰਜਾਬ ਦੇ ਅਫਸਰਾਂ ਨੇ ਚੰਗਾ ਕੰਮ ਕੀਤਾ ਕੋਵਿਡ ਦੇ ਮਾਮਲੇ 'ਚ। ਭਾਵੇਂ ਪੁਲਿਸ ਅਫਸਰ ਹੈ, ਤੁਸੀਂ ਦੇਖੋ ਨਾ ਜੀ, ਆ ਹੁਣ ਪੁਲਿਸ ਵਾਲੇ ਲੰਗਰ ਦੇ ਕੇ ਆਉਂਦੇ ਘਰਾਂ 'ਚ। ਉਹ ਠੀਕ ਹੈ, ਅਸੀਂ 1-2 ਤਸਵੀਰਾਂ ਦੇਖ ਲਈਆਂ, ਇੱਕ ਨੇ ਆਂਡਾ ਚੱਕ ਲਿਆ ਰੇਹੜੀ ਤੋਂ। ਸੋ ਕਈਆਂ ਨੂੰ ਮਾੜੀ ਮੋਟੀ ਲੱਤ ਹੁੰਦੀ ਕੋਈ ਸ਼ਾਮ ਨੂੰ ਬਿਲਕੁਲ ਪਾਣੀ ਪੂਣੀ ਪੀਣ ਦੀ, ਕੋਈ ਉਹਨੂੰ ਹੀ ਆਂਡੇ ਦੀ ਲੋੜ ਪੈਂਦੀ ਆਮ ਤੌਰ ਤੇ, ਜਾਂ ਉਹ ਕੋਵਿਡ ਤੋਂ ਡਰਦਾ ਹੋਣਾ ਵਿਚਾਰਾ, ਕਹਿੰਦੇ ਕੋਵਿਡ ਵਾਲਿਆਂ ਨੂੰ ਵੀ ਆਂਡਾ ਦਿੰਦੇ ਖਾਣ ਨੂੰ। ਸੀ ਉਹਦੀ ਗਲਤੀ, ਉਹਨੂੰ ਮੈਨੂੰ ਲੱਗਦਾ ਸਜ਼ਾ ਸੁਜਾ ਵੀ ਦਿੱਤੀ ਸਰਕਾਰ ਨੇ। ਬਿਲਕੁਲ ਸਸਪੈਂਡ। ਪਰ ਚੰਗੇ ਕੰਮ ਦੇਖੋ ਪੁਲਿਸ ਕਿੱਡੀ ਕਰ ਰਹੀ ਹੈ। ਲੰਗਰ ਦੀ ਸੇਵਾ ਔਰ ਆਕਸੀਜਨ ਦਾ ਪ੍ਰਬੰਧ। ਡਿਪਟੀ ਕਮਿਸ਼ਨਰਾਂ ਨੇ, ਸਾਡੇ ਕਈ ਡਿਪਟੀ ਕਮਿਸ਼ਨਰ ਨੇ ਪੰਜਾਬ ਦੇ, ਗਗਨ, ਲੁਧਿਆਣੇ ਵਾਲੇ ਵੀ ਨੇ, ਜਲੰਧਰ ਵਾਲੇ ਵੀ ਨੇ, ਇਹਨਾਂ ਨੇ ਕੀ ਕੀਤਾ, ਉਦਯੋਗਾਂ ਦੇ ਨਾਲ ਤੁਰੰਤ ਤਾਲਮੇਲ ਬਣਾਈ ਕਿ ਖਾਲੀ ਸਿਲੰਡਰ ਸਾਡੇ ਕੋਲੇ ਆਉਣ ਔਰ ਅਸੀਂ ਰੀਫਿਲਿੰਗ ਲਈ ਭੇਜੀਏ। ਬਹੁਤ ਲੋਕਾਂ ਕੋਲੇ ਫੈਕਟਰੀਆਂ 'ਚ ਵੈਲਡਿੰਗ ਵਾਲਿਆਂ ਕੋਲੇ ਖਾਲੀ ਸਿਲੰਡਰ ਪਏ ਹੁੰਦੇ, ਉਹ ਭਰਾਉਂਦੇ ਨਹੀਂ ਗਗਨ। ਇਹ ਸਾਰੇ ਭਰਵਾ ਕੇ ਰੱਖ ਲਏ, ਸਮੇਂ ਸਿਰ ਰੀਫਿਲਿੰਗ ਕਰਾ ਲਈ। ਆ ਹੁਣ ਸਟੇਟ ਅਫਸਰ ਦਾ ਆਇਆ, ਸਾਨੂੰ ਬੋਕਾਰੋ ਦੇ ਜ਼ਰੀਏ ਮੇਰੇ ਖਿਆਲ 40 ਮੀਟ੍ਰਿਕ ਟਨ ਹੋਰ ਆਕਸੀਜਨ ਜਿਹੜੀ ਸਾਡੇ ਕੋਲੇ ਪਹੁੰਚ ਜਾਣੀ ਹੈ। ਬਿਲਕੁਲ, ਟ੍ਰੇਨ ਰਵਾਨਾ ਕੀਤੀ ਹੈ, ਟ੍ਰੇਨ ਰਵਾਨਾ ਕੀਤੀ ਹੈ, ਹੋਰ ਆਕਸੀਜਨ ਸਾਡੇ ਕੋਲ ਪਹੁੰਚ ਜਾਣੀ ਹੈ। ਸੋ ਭਗਵੰਤ ਮਾਨ ਨੂੰ ਸਵਾਲ ਤਾਂ ਕੇਜਰੀਵਾਲ ਤੇ ਕਰਨਾ ਬਣਦਾ। ਭਗਵੰਤ ਮਾਨ ਪਹਿਲੀ ਗੱਲ ਆ, ਕਈ ਦਿਨਾਂ ਦਾ ਸ਼ਾਂਤ, ਪਤਾ ਨਹੀਂ ਕਿਉਂ ਸੀ। ਮੈਂ ਕੋਈ ਬਾਹਲੀ ਪ੍ਰੈਸ ਕਾਨਫਰੰਸ ਬਿਆਨ ਸੁਣੇ ਨਹੀਂ ਭਗਵੰਤ ਮਾਨ ਦੇ, ਹੋ ਸਕਦਾ ਮੇਰੇ ਕੰਨਾਂ ਤੱਕ ਨਾ ਪਹੁੰਚੇ ਹੋਣ। ਪਰ ਕੇਜਰੀਵਾਲ ਦੀ ਗੱਲ ਨਹੀਂ ਕੀਤੀ ਅੱਜ ਭਗਵੰਤ ਮਾਨ ਨੇ। ਕੇਜਰੀਵਾਲ ਦਾ ਮਾਡਲ ਤਾਰ-ਤਾਰ ਹੋ ਗਿਆ। ਦਿੱਲੀ 'ਚ ਦੇਖੋ ਕੀ ਹਾਲਾਤ ਨੇ। ਔਰ ਭਗਵੰਤ ਮਾਨ ਨੂੰ ਇਹ ਵੀ ਦੱਸ ਦੇਣਾ ਚਾਹੀਦਾ ਸਾਨੂੰ ਕਿ ਭਗਵੰਤ ਮਾਨ ਸਾਹਿਬ, ਦਿੱਲੀ ਤੋਂ ਬਹੁਤ ਸਾਰੇ ਲੋਕ ਪੰਜਾਬ ਆਏ ਨੇ। ਆ ਦਿੱਲੀ ਵਾਲਾ ਕੇਜਰੀਵਾਲ ਕਹਿੰਦਾ ਸੀ ਵੀ ਪੰਜਾਬ ਦੇ ਕਿਸਾਨ ਇੱਥੇ ਪਰਾਲੀ ਸਾੜਦੇ ਨੇ ਤੇ ਦਿੱਲੀ ਤੱਕ ਪ੍ਰਦੂਸ਼ਣ ਹੋ ਜਾਂਦਾ। ਸ਼ੁਕਰ ਹੈ ਰੱਬ ਦਾ, ਇਹਨਾਂ ਦਿਨਾਂ 'ਚ ਪਰਾਲੀ ਨਹੀਂ ਸੜ ਰਹੀ ਸੀ ਗਗਨ ਕਿਤੇ। ਨਹੀਂ ਤਾਂ ਜਿੰਨੇ 27,000 28,000 ਹਜ਼ਾਰ ਕੇਸ ਦਿੱਲੀ 'ਚ ਆਏ ਨੇ ਨਾ, ਆ ਸਾਰੇ ਪੰਜਾਬ ਦੇ ਕਿਸਾਨਾਂ ਦੇ ਸਿਰ ਲਾ ਦੇਣੇ ਸੀ ਉਹਨੇ। ਮੈਨੂੰ ਪੂਰਾ ਇਸ ਗੱਲ ਦਾ ਡਰ ਹੈ। ਪ੍ਰਦੂਸ਼ਣ ਦਿੱਲੀ 'ਚ ਫੈਲਦਾ, ਕਹਿੰਦੇ ਪੰਜਾਬ ਦੇ ਕਿਸਾਨ ਪਰਾਲੀ ਸਾੜਦੇ ਨੇ, ਹਰਿਆਣਾ ਟੱਪ ਕੇ ਪ੍ਰਦੂਸ਼ਣ ਦਿੱਲੀ ਪਹੁੰਚ ਜਾਂਦਾ ਹੈ ਗਗਨ। ਹਰਿਆਣੇ 'ਚ ਨਹੀਂ ਹਨੇਰਾ ਹੁੰਦਾ, ਹਨੇਰਾ ਦਿੱਲੀ 'ਚ ਹੁੰਦਾ। ਰਸਤੇ 'ਚ ਤਾਂ ਹਰਿਆਣਾ ਆਉਂਦਾ। ਆ ਖੱਟੜ ਨੇ ਵੀ ਤਾਂ ਦੇਖੋ ਰੋਕਾਂ ਲਾਈਆਂ ਸੀ। ਆ ਹੁਣ ਜਦੋਂ ਅਸੀਂ ਪਰਾਲੀ ਸਾੜਨੀ ਹੈ, ਉਦੋਂ ਖੱਟਰ ਅਸਮਾਨ 'ਚ ਲਾਵੇ ਟੈਂਟ ਵੱਡੇ ਵੱਡੇ, ਵੀ ਅਸੀਂ ਪ੍ਰਦੂਸ਼ਣ ਨਹੀਂ ਵੜਨ ਦੇਣਾ, ਸਾਡੇ ਤੋਂ ਪ੍ਰਦੂਸ਼ਣ ਲੰਘ ਕੇ ਦਿੱਲੀ ਕਿਵੇਂ ਜਾਂਦਾ ਅਸੀਂ ਦੇਖਦੇ ਹਾਂ। ਸੋ ਇਹ ਲੀਡਰਾਂ ਦੀਆਂ ਗੱਲਾਂ ਤੇ ਕਈ ਵਾਰੀ ਹਾਸੇ ਆਉਂਦੇ। ਤਾਂ ਹੀ ਅੱਜ ਕੱਲ੍ਹ ਬੱਚੇ WhatsApp ਤੇ ਇਹਨਾਂ ਦੇ ਚੁਟਕਲੇ ਬਣਾਉਂਦੇ। ਹੁਣ ਭਗਵੰਤ ਮਾਨ ਬੜਾ ਸਿਆਣਾ ਲੀਡਰ ਹੈ, ਪਾਰਲੀਮੈਂਟ 'ਚ ਮੋਦੀ ਨਾਲ ਟਕਰਾਉਂਦਾ। ਕੇਜਰੀਵਾਲ ਬਾਰੇ ਇੱਕ ਸ਼ਬਦ ਨਹੀਂ ਬੋਲਿਆ ਵੀ 27,000 28,000 ਹਜ਼ਾਰ ਕੇਸ ਆ ਗਏ, ਵੀ ਭਾਈ ਉਹੀ ਦੱਸ ਦੇ ਉਹ ਕੇਜਰੀਵਾਲ ਮਾਡਲ ਫੇਲ ਹੋਇਆ ਜਾਂ ਮੋਦੀ ਸਾਹਿਬ ਵਾਲਾ ਮਾਡਲ ਫੇਲ ਹੋਇਆ। ਸੋ ਸ਼ੁਕਰ ਹੈ ਪੰਜਾਬ ਦੀਆਂ ਸਥਿਤੀਆਂ ਉਨੀਆਂ ਜ਼ਿਆਦਾ ਖਤਰਨਾਕ ਨਹੀਂ ਹੈ।
ਸੋ ਭਗਵੰਤ ਮਾਨ ਜੀ ਤੁਸੀਂ ਜ਼ਰੂਰ ਖੋਜ ਕਰੋ, ਜਿਵੇਂ ਰਵਨੀਤ ਬਿੱਟੂ ਬਾਰੇ ਮੈਂ ਪਹਿਲਾਂ ਟਿੱਪਣੀ ਕੀਤੀ ਹੈ, ਜੀ। ਭਗਵੰਤ ਮਾਨ ਨੂੰ ਵੀ ਖੋਜ ਕਰਨੀ ਚਾਹੀਦੀ ਹੈ ਪੰਜਾਬ ਦੇ ਹਾਲਾਤਾਂ ਤੇ ਦਿੱਲੀ ਦੇ ਹਾਲਾਤਾਂ ਤੇ ਉਹ ਖੋਜ ਦੀ ਰਿਪੋਰਟ ਹੈ ਜਿਹੜੀ ਉਹਦੇ ਤੇ ਕਵਿਤਾ ਬਣਾ ਕੇ ਫਿਰ ਪਾਰਲੀਮੈਂਟ 'ਚ ਤੁਸੀਂ ਪੜ੍ਹਿਓ, ਤੇ ਮੈਂ ਸ਼ੇਅਰ ਕਰੂੰਗਾ ਉਹਨੂੰ ਆਪਣੇ WhatsApp ਤੇ, Facebook ਤੇ ਵੀ ਕਰੂੰਗਾ। ਬਿਲਕੁਲ। ਸੋ ਇਹ ਵੱਖੋ ਵੱਖਰੇ ਹਾਲਾਤ ਨੇ ਜੋ ਪੂਰੇ ਸੁਣਾ ਵੀ ਦਈਓ ਭਗਵੰਤ ਮਾਨ ਦੀ। ਬਿਲਕੁਲ, ਭਗਵੰਤ ਮਾਨ ਦੀ ਪਹਿਲਾਂ ਗੱਲਬਾਤ ਸੁਣਦੇ ਹਾਂ ਪੱਖ ਅਸੀਂ ਸਾਰਿਆਂ ਦਾ ਰੱਖਦੇ ਹਾਂ ਜੀ। ਪੱਖ ਨਹੀਂ ਆਪਾਂ ਲੁਕਾਉਂਦੇ ਕਿਸੇ ਦਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਕੱਲ ਸੰਬੋਧਨ ਕਰਦੇ ਆ ਪੰਜਾਬ ਦੇ ਵਾਸੀਆਂ ਨੂੰ ਇਹ ਕਿਹਾ ਕਿ ਪਿੰਡਾਂ ਦੇ ਵਿੱਚ ਕਰੋਨਾ ਫੈਲ ਗਿਆ ਤੇ ਪਿੰਡਾਂ ਵਾਲੇ ਜਿਹੜੇ ਨੇ ਉਹ ਠੀਕਰੀ ਪਹਿਰੇ ਰੱਖਣ ਤੇ ਜਿਹੜਾ ਵੀ ਪਿੰਡ ਦੇ ਵਿੱਚ ਆਉਂਦਾ ਹੈ ਜੇ ਉਹਨੂੰ ਕਰੋਨਾ ਤਾਂ ਉਹਨੂੰ ਪਿੰਡ ਦੇ ਵਿੱਚ ਐਂਟਰੀ ਨਾ ਦੇਣ। ਮਤਲਬ ਹੈਰਾਨੀ ਦੀ ਗੱਲ ਹੈ ਕਿ ਕੈਪਟਨ ਸਾਹਿਬ ਆਪਦੀ ਕੋਈ ਜ਼ਿੰਮੇਵਾਰੀ ਨਹੀਂ ਸਮਝਦੇ। ਮਤਲਬ ਪਿੰਡਾਂ ਦੇ ਲੱਖਾਂ ਲੋਕਾਂ ਨੂੰ ਤੁਸੀਂ ਲਾਵਾਰਸ ਛੱਡਣ ਦਾ ਐਲਾਨ ਕਰਤਾ, ਉਹਨਾਂ ਦਾ ਕੋਈ ਬਾਲੀ ਵਾਰਸੀ ਨਹੀਂ। ਤੇ ਪਿੰਡਾਂ ਦੀਆਂ ਜਿਹੜੀਆਂ ਸਿਹਤ ਸੇਵਾਵਾਂ ਨੇ, ਜਿਹੜਾ ਤੁਹਾਡਾ ਸਿਹਤ ਸੇਵਾਵਾਂ ਦਾ ਢਾਂਚਾ ਹੈ ਪਿੰਡਾਂ ਦਾ, ਉਹਦਾ ਕੀ ਹਾਲ ਹੈ? ਕਦੋਂ ਦੇ ਰਾਜ ਕਰਦੇ ਆ ਰਹੀਆਂ ਦੋਨੇ ਪਾਰਟੀਆਂ ਤੇ ਪਿੰਡਾਂ 'ਚ ਕੋਈ ਡਿਸਪੈਂਸਰੀ ਨਹੀਂ। ਜੇ ਡਿਸਪੈਂਸਰੀ ਹੈ ਤਾਂ ਉੱਥੇ ਡਾਕਟਰ ਨਹੀਂ, ਜੇ ਡਾਕਟਰ ਹੈ ਤਾਂ ਦਵਾਈ ਨਹੀਂ। ਇੱਕ ਪੈਰਾਸੀਟਾਮੋਲ ਜਿਹੜੀ ਹੈ ਉਹ ਟੈਬਲੇਟ ਹੈਗੀ ਹੈ ਉਹ ਦੇ ਦਿੰਦੇ। 60 ਤੋਂ 70% ਡਿਸਪੈਂਸਰੀਆਂ ਦੇ ਵਿੱਚ ਮੈਡੀਕਲ ਅਫਸਰ ਨਹੀਂ ਹੈਗੇ। ਫਿਰ ਕਿੱਥੇ ਚੈੱਕ ਕਰਾਉਣਗੇ ਜੀ ਪਿੰਡਾਂ ਵਾਲੇ? ਪਹਿਲਾਂ ਜਿਹੜੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਯੋਗੀ ਆਦਿੱਤਿਆਨਾਥ, ਉਹ ਟਵੀਟ ਕਰਦੇ ਨੇ, ਪਹਿਲੀ ਵਾਰ ਹੋਇਆ ਕਿ ਸਾਰੀਆਂ ਪਾਰਟੀ, ਭਾਜਪਾ ਨੂੰ ਛੱਡ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਬਿਆਨ ਪੰਜਾਬ ਦੇ ਹੱਕ ਦੇ ਵਿੱਚ ਦਿੱਤਾ ਹੈ। ਸਾਰੀਆਂ ਪਾਰਟੀਆਂ ਦੇ ਆਗੂ ਇੱਕ ਕਤਾਰ ਦੇ ਵਿੱਚ ਖੜੇ ਨੇ ਪੰਜਾਬ ਦੇ ਵਿੱਚ। ਉਹ ਕਿੱਦਾਂ ਵੇਖ ਰਹੇ ਹੋ? ਦੇਖੋ, ਯੋਗੀ ਆਦਿੱਤਿਆਨਾਥ ਨੇ ਟਵੀਟ ਕੀਤਾ ਹੈ, ਉਹ ਕਹਿੰਦੇ ਵੀ ਜਿਹੜਾ ਮਲੇਰਕੋਟਲੇ ਨੂੰ ਜ਼ਿਲ੍ਹਾ ਬਣਾਇਆ ਹੈ ਇਹ ਕਾਂਗਰਸ ਦੀ ਵਿਭਾਜਨਕਾਰੀ ਨੀਤੀ ਹੈ। ਯੋਗੀ ਆਦਿੱਤਿਆਨਾਥ ਕਹਿੰਦਾ ਹੈ, ਉੱਤਰ ਪ੍ਰਦੇਸ਼ ਦਾ ਮੁੱਖ ਮੰਤਰੀ ਹੈ, ਉਹੀ ਉੱਤਰ ਪ੍ਰਦੇਸ਼ ਦਾ ਮੁੱਖ ਮੰਤਰੀ ਜਿਹੜਾ ਬੜਾ ਪ੍ਰਸਿੱਧ ਹੈ ਔਰ ਇਹਨੇ ਪੱਛਮੀ ਬੰਗਾਲ 'ਚ ਵੀ ਬਹੁਤ ਰੈਲੀਆਂ ਕੀਤੀਆਂ ਸੀ। ਯੋਗੀ ਆਦਿੱਤਿਆਨਾਥ ਨੇ, ਪਤਾ ਲੱਗਿਆ ਸੀ ਇਹਨਾਂ ਨੂੰ ਵੀ ਬੁਖਾਰ ਹੋ ਗਿਆ ਸੀ, ਇਹ ਤਾਂ ਚਲੋ ਠੀਕ ਹੋ ਗਏ, ਇਹਨਾਂ ਨੇ ਤਾਂ ਟੀਕਾ ਟੂਕਾ ਵੀ ਮਿੰਟ 'ਚ ਲਵਾ ਲਿਆ ਹੋਣਾ। ਸਾਡੇ ਤਾਂ ਆਮ ਲੋਕਾਂ ਨੂੰ ਟੀਕਾ ਲਵਾਉਂਦੇ ਵੀ ਡਰ ਲੱਗਦਾ, ਭੀੜ ਬੜੀ ਹੁੰਦੀ ਗਗਨ ਜੀ। ਮੈਂ ਕਈ ਜਗ੍ਹਾ ਦੇਖਦਾ ਲੋਕ ਟੀਕਾ ਲਵਾਉਣ ਜਾਂਦੇ ਨੇ, ਉੱਥੇ ਇੰਨੀ ਜ਼ਿਆਦਾ ਭੀੜ ਹੁੰਦੀ ਹੈ। ਸੋ ਇਹ ਮੁੱਖ ਮੰਤਰੀ ਹੈ, ਇਹ ਤਾਂ ਡਾਕਟਰ ਘਰੇ ਆ ਕੇ ਟੀਕਾ ਲਾ ਕੇ ਹੋਣਗੇ। ਸੋ ਇਹ VIP ਲੋਕ ਨੇ ਸਾਰੇ, ਇਹਨਾਂ ਨੇ ਤਾਂ ਸਾਰੇ ਵੱਡੇ ਇਹਨਾਂ ਨੇ ਤਾਂ 2-2 ਡੋਜ਼ ਲਵਾ ਲਈ ਹੋਣੀ। ਸੋ ਬਾਕੀ ਲੋਕਾਂ ਨੂੰ ਤਾਂ ਹਜੇ ਟੀਕੇ ਨਹੀਂ ਉਪਲਬਧ। ਹੁਣ ਮੈਂ ਇਹ ਦੇਖਦਾ ਸੀ ਕਿ ਯੋਗੀ ਆਦਿੱਤਿਆਨਾਥ ਨੇ ਜਿਹੜਾ ਇਹ ਟਵੀਟ ਕੀਤਾ ਨਾ, ਇਹ ਵੀ ਸਿਆਸੀ ਟੀਕਾ ਹੈ। ਇਹ ਕੈਪਟਨ ਅਮਰਿੰਦਰ ਦੇ ਲਾਉਣ ਦੀ ਕੋਸ਼ਿਸ਼ ਕੀਤੀ ਹੈ ਯੋਗੀ ਆਦਿੱਤਿਆਨਾਥ ਨੇ, ਸਿਆਸੀ ਟੀਕਾ। ਪਰ ਯੋਗੀ ਨੂੰ ਇਹ ਪਤਾ ਨਹੀਂ ਵੀ ਕੈਪਟਨ ਅਮਰਿੰਦਰ ਵੀ ਫੌਜੀ ਹੈ ਤੇ ਫੌਜੀਆਂ ਨੂੰ ਇਹੋ ਜਿਹੇ ਟੀਕੇ ਅਸਰ ਨਹੀਂ ਕਰਦੇ। ਫੌਜੀ ਜੰਗ ਦੇ ਮੈਦਾਨ 'ਚ ਬਾਰਡਰ ਤੇ ਖੜਨ ਵਾਲੇ ਵਿਅਕਤੀ ਨੇ। ਉਹ ਠੀਕ ਹੈ, ਕੈਪਟਨ ਅਮਰਿੰਦਰ ਦੇ ਨਾਲ ਕਈ ਮਸਲਿਆਂ ਦੇ ਵਿਰੋਧ ਹੋ ਸਕਦਾ ਹੈ, ਲੋਕਾਂ ਦਾ ਵੀ, ਸਿਆਸਤ ਦਾ ਵੀ, ਪਰ ਇਸ ਮਸਲੇ ਤੇ ਕਿਸੇ ਦਾ ਕੋਈ ਵਿਰੋਧ ਨਹੀਂ। ਕੈਪਟਨ ਅਮਰਿੰਦਰ ਦਾ ਮਲੇਰਕੋਟਲੇ ਨੂੰ ਜ਼ਿਲ੍ਹਾ ਬਣਾਉਣ ਦਾ ਫੈਸਲਾ ਸਵਾਗਤਯੋਗ ਹੈ। ਸਾਰੇ ਧਰਮਾਂ ਨੂੰ ਆਦਰ ਹੋਣਾ ਚਾਹੀਦਾ ਮੁਲਕ 'ਚ, ਔਰ ਮਲੇਰਕੋਟਲੇ 'ਚ ਸਾਡੇ ਇੱਕ ਭਾਈਚਾਰੇ ਦੀ ਬਹੁ ਗਿਣਤੀ ਹੈ ਤੇ ਉਹਨਾਂ ਦੀ ਬਹੁਤ ਲੰਮੇ ਸਮੇਂ ਤੋਂ ਮੰਗ ਸੀ ਤੇ ਈਦ ਦੇ ਮੌਕੇ ਉਹਨਾਂ ਨੂੰ ਅਗਰ ਤੋਹਫਾ ਦਿੱਤਾ ਜ਼ਿਲ੍ਹਾ ਬਣਾਉਣ ਦਾ, ਤੇ ਉਹ ਜ਼ਿਲ੍ਹਾ ਇਕੱਲਾ ਉਹਨਾਂ ਨੇ ਨਹੀਂ ਵਰਤਣਾ, ਅਸੀਂ ਵੀ ਵਰਤਣਾ, ਕਿਉਂਕਿ ਪੰਜਾਬ ਸਾਡਾ ਸਾਰਿਆਂ ਦਾ ਸਾਂਝਾ ਹੀ ਹੈ। ਸੋ ਸਵਾਲ ਤਾਂ ਇਹ ਹੈ ਕਿ ਯੋਗੀ ਆਦਿੱਤਿਆਨਾਥ ਦਾ ਜਿਹੜਾ ਧਿਆਨ ਹੈ ਉਹ ਮਲੇਰਕੋਟਲੇ ਵਾਲੇ ਪਾਸਿਓਂ ਮੋੜ ਕੇ ਗੰਗਾ ਵਾਲੇ ਪਾਸੇ ਕਰਨਾ ਚਾਹੀਦਾ। ਸੋ ਮੈਂ ਜਿਵੇਂ ਕਹਿੰਦਾ ਹੁੰਦਾ ਕਿ ਵੱਡੇ ਦਾਅਵੇ ਕਰਦੇ ਸੀ ਪੋਲੀਟੀਕਲ ਲੀਡਰ, ਯੋਗੀ ਆਦਿੱਤਿਆਨਾਥ ਵੀ ਵੱਡੇ ਦਾਅਵੇ ਕਰਦੇ ਸੀ ਵੀ ਅਸੀਂ ਉੱਤਰ ਪ੍ਰਦੇਸ਼ ਨੂੰ ਆਹ ਬਣਾਤਾ, ਉੱਤਰ ਪ੍ਰਦੇਸ਼ ਨੂੰ ਉਹ ਬਣਾਤਾ। ਆ ਤੁਸੀਂ ਦੇਖ ਲਓ, ਡਾਕਟਰ ਨਹੀਂ ਜਾਂਦੇ ਜੀ ਪਿੰਡਾਂ 'ਚ, ਉੱਥੇ ਪਿੰਡਾਂ 'ਚ ਡਾਕਟਰ ਨਹੀਂ ਜਾਂਦੇ, ਬਹੁਤੀਆਂ ਥਾਵਾਂ ਤੇ ਸਿਹਤ ਕੇਂਦਰ ਨਹੀਂ ਪਿੰਡਾਂ 'ਚ, ਔਰ ਕਈ ਸਿਹਤ ਕੇਂਦਰ TV ਵਾਲੇ ਦਿਖਾਉਂਦੇ ਨੇ, ਅੱਜ ਕੱਲ੍ਹ ਥੋੜ੍ਹੇ ਦਲੇਰ ਹੋਏ ਨੇ TV ਵਾਲੇ, ਭਗਤੀ ਤੋਂ ਬਾਹਰ ਆਏ ਨੇ। TV ਵਾਲੇ ਦਿਖਾਉਂਦੇ ਨੇ ਵੀ ਤੂੜੀ ਨਾਲ ਭਰੇ ਪਏ ਨੇ ਕਈ ਥਾਂ, ਜਿਹੜੇ ਪ੍ਰਾਇਮਰੀ ਹੈਲਥ ਸੈਂਟਰ ਹੈ ਉੱਥੋਂ ਦੇ, UP ਬਿਹਾਰ ਦੇ, ਉਹ ਤੂੜੀ ਸਾਂਭੀ ਹੋਈ ਆ ਉੱਥੇ। ਸੋ ਸਥਿਤੀਆਂ ਦੇਖ ਲਓ ਤੁਸੀਂ ਉੱਤਰ ਪ੍ਰਦੇਸ਼ 'ਚ। ਔਰ ਮੈਂ ਬਹੁਤ ਧੰਨਵਾਦ ਕਰਦਾ ਉਹਨਾਂ ਸਾਰੇ ਲੋਕਾਂ ਦਾ ਜਿਹੜੇ ਉੱਤਰ ਪ੍ਰਦੇਸ਼ ਤੇ ਬਿਹਾਰ ਨਾਲ ਸੰਬੰਧ ਰੱਖਦੇ ਨੇ, ਜਿਹੜੇ ਪੰਜਾਬ ਛੱਡ ਕੇ ਨਹੀਂ ਗਏ। ਮੈਂ ਤਾਂ ਇਹ ਕਹੂੰਗਾ ਕਿਤੇ ਨਾ ਕਿਤੇ ਉਹਨਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਦੀ ਕੀਮਤੀ ਜਾਨ ਬਚਾ ਲਈ, ਆਪਣੀ ਵੀ ਬਚਾ ਲਈ, ਕਿਉਂਕਿ ਜੇ ਉੱਤਰ ਪ੍ਰਦੇਸ਼ ਚਲੇ ਜਾਂਦੇ ਉੱਥੇ ਸਥਿਤੀਆਂ ਬਹੁਤ ਜ਼ਿਆਦਾ ਚਿੰਤਾਜਨਕ ਨੇ। ਅਸੀਂ ਦੇਖਦੇ ਹਾਂ ਗੰਗਾ ਦੇ ਵਿੱਚ, ਦੇਖੋ ਤੁਸੀਂ ਮ੍ਰਿਤਕ ਦੇਹਾਂ ਕਿਵੇਂ ਨੇ। ਯੋਗੀ ਆਦਿੱਤਿਆਨਾਥ ਦਾ ਧਿਆਨ ਗੰਗਾ ਨਦੀ ਵਾਲੇ ਪਾਸੇ ਨਹੀਂ ਜਾਂਦਾ। ਗੰਗਾ ਨਦੀ 'ਚ ਜਿਹੜੀਆਂ ਮ੍ਰਿਤਕ ਲਾਸ਼ਾਂ ਆ ਰਹੀਆਂ ਨੇ, ਮ੍ਰਿਤਕ ਦੇਹਾਂ ਆ ਰਹੀਆਂ ਨੇ, ਇੱਕ ਟਵੀਟ ਯੋਗੀ ਸਾਹਿਬ ਉਹਦੇ ਬਾਰੇ ਕਰ ਦਿਓ। ਪੂਰੀ ਦੁਨੀਆ ਅੱਜ ਉੱਤਰ ਪ੍ਰਦੇਸ਼ ਤੇ ਔਰ ਬਿਹਾਰ ਦੀਆਂ ਇਹ ਸਥਿਤੀਆਂ ਦੇਖ ਕੇ ਨਿੰਦਾ ਕਰ ਰਹੀ ਹੈ ਭਾਰਤ ਦੀ, ਔਰ ਕਿਸੇ ਸਾਡੇ ਮੁਲਕ ਦੀ ਸਰਕਾਰ ਨੇ ਐਡਾ ਮਾੜਾ ਕੰਮ ਨਹੀਂ ਕੀਤਾ ਗਗਨ। ਮੈਂ ਕਹਿਣਾ ਚਾਹੂੰਗਾ ਕੋਵਿਡ ਦੇ ਦਰਮਿਆਨ ਜਿੰਨਾ ਉੱਤਰ ਪ੍ਰਦੇਸ਼ ਤੇ ਬਿਹਾਰ 'ਚ ਨਜ਼ਰ ਆ ਰਿਹਾ। ਔਰ ਨਿਤਿਸ਼ ਕੁਮਾਰ ਵੀ ਦੇਖੋ, ਕਹਿੰਦੇ ਸੀ ਉਹਨਾਂ ਨੂੰ ਸੁਸ਼ਾਸਨ ਬਾਬੂ ਕਹਿੰਦੇ ਸੀ ਉਹਨਾਂ ਨੂੰ ਹਿੰਦੀ 'ਚ, ਹੈ ਜੀ, ਸੁਸ਼ਾਸਨ ਬਾਬੂ ਕਹਿੰਦੇ ਸੀ ਹਿੰਦੀ 'ਚ। ਆ ਦੇਖ ਲਓ ਉੱਥੇ ਬਾਬੂ ਜੀ ਨੇ ਕੀ ਹਾਲ ਕਰਤਾ। ਸੋ ਬਾਬੂ ਜੀ ਦਾ ਪ੍ਰਬੰਧ ਦੇਖ ਲਓ, ਚੋਣਾਂ 'ਚ ਲੱਗੇ ਰਿਹਾ। ਉੱਤਰ ਪ੍ਰਦੇਸ਼ 'ਚ ਵੀ ਕਹਿੰਦੇ ਪੰਚਾਇਤੀ ਚੋਣਾਂ ਹੋਈਆਂ। ਆ UP ਬਿਹਾਰ ਦੇ 2 ਸਾਡੇ ਭਰਾ ਇੱਥੇ ਦੱਸਦੇ ਮੈਨੂੰ, ਉਹ ਕਹਿੰਦੇ ਜੀ ਪੰਚਾਇਤੀ ਚੋਣਾਂ 'ਚ ਬਹੁਤ ਸਾਰੇ ਅਧਿਆਪਕ ਦੁਨੀਆ ਤੋਂ ਚਲੇ ਗਏ।
ਉਹ ਵਿਚਾਰੇ ਉੱਥੇ ਮਿੰਨਤਾਂ ਕਰਦੇ ਰਹੇ ਸਰਕਾਰ ਨੂੰ, ਅਧਿਆਪਕ ਵੀ ਸਾਡੀਆਂ ਡਿਊਟੀਆਂ ਇਹਨਾਂ ਚੋਣਾਂ 'ਚ ਨਾ ਲਾਓ, ਉਹ ਦੁਨੀਆ ਤੋਂ ਚਲੇ ਗਏ। ਔਰ ਮੈਨੂੰ ਬੜਾ ਦੁੱਖ ਹੁੰਦਾ ਕਿ ਸਾਡੀਆਂ ਅਦਾਲਤਾਂ ਨੇ ਵੀ ਉਹਨਾਂ ਮੁਲਾਜ਼ਮਾਂ ਦੀ ਗੱਲ ਨਹੀਂ ਸੁਣੀ। ਸੋ ਅਦਾਲਤਾਂ ਨੇ ਵੀ ਉਹਨਾਂ ਮੁਲਾਜ਼ਮਾਂ ਦੀ ਗੱਲ ਨੂੰ ਤਰਜੀਹ ਨਹੀਂ ਦਿੱਤੀ ਜਾਣੀ ਚਾਹੀਦੀ ਸੀ। ਸੋ ਇਹ ਨਹੀਂ ਵੀ ਅਦਾਲਤਾਂ ਅਜਿਹੇ ਮਸਲਿਆਂ ਨੂੰ ਪ੍ਰਸ਼ਾਸਨਿਕ ਫੈਸਲੇ ਲੈਣ ਲਈ ਚੋਣ ਕਮਿਸ਼ਨ ਤੇ ਛੱਡ ਦੇਣਾ। ਚੋਣ ਕਮਿਸ਼ਨ ਦੇ ਤਾਂ ਪਹਿਲੇ ਹੀ ਰੰਗ ਲਾਤੇ ਸਾਡੇ। ਚੋਣ ਕਮਿਸ਼ਨ ਕਰਕੇ ਦੇਖੋ, ਪੱਛਮੀ ਬੰਗਾਲ 'ਚ ਲੋਕਡਾਊਨ ਹੈ 30 ਮਈ ਤੱਕ। ਹੁਣ ਕੌਣ ਲੋਕਾਂ ਨੂੰ ਰੋਟੀ ਦੇਊਗਾ ਜਿਨ੍ਹਾਂ ਦੇ ਰੁਜ਼ਗਾਰ ਬੰਦ ਹੋ ਗਏ, ਜਿਨ੍ਹਾਂ ਦੀਆਂ ਨੌਕਰੀਆਂ ਖਤਮ ਹੋ ਗਈਆਂ। ਪ੍ਰਾਈਵੇਟ ਕੰਪਨੀ ਵਾਲਿਆਂ ਕੋਲੇ ਤਨਖਾਹਾਂ ਦੇਣ ਨੂੰ ਪੈਸੇ ਨਹੀਂ, ਤਨਖਾਹਾਂ ਬਣਾਉਣ ਨੂੰ ਪੈਸੇ ਨਹੀਂ। ਸੋ ਇਹ ਸਥਿਤੀਆਂ ਹੋਈਆਂ ਪਈਆਂ ਨੇ ਮੁਲਕ 'ਚ। ਸੋ ਮਲੇਰਕੋਟਲੇ ਦੀ ਚਿੰਤਾ ਆਦਿੱਤਿਆਨਾਥ ਜੋਗੀ ਨੂੰ ਨਹੀਂ ਕਰਨੀ ਚਾਹੀਦੀ। ਗਗਨ, ਪੰਜਾਬ ਦੇ ਲੋਕ ਸਾਰੇ ਮਿਲ ਜੁਲ ਕੇ ਰਹਿੰਦੇ ਨੇ। ਔਰ ਮੈਨੂੰ ਤਾਂ ਇਹ ਲੱਗਦਾ ਕਿ ਪਹਿਲਾਂ ਤਾਂ ਕਿਸਾਨਾਂ ਬਾਰੇ ਜਿਹੜੇ ਫੈਸਲੇ ਕੀਤੇ, ਉਹਨਾਂ ਨੇ ਪੰਜਾਬ 'ਚ ਬੀਜੇਪੀ ਦਾ ਨੁਕਸਾਨ ਬਹੁਤ ਕੀਤਾ। ਕੁਛ 9 ਮਾਸ ਇਹਨਾਂ ਤੋਂ ਵੱਖਰਾ ਹੋ ਗਿਆ, 9 ਵੱਖਰੇ ਹੋ ਗਏ ਅਕਾਲੀ ਦਲ ਵਾਲੇ, ਜਾਂ ਮਾਸ ਵੱਖਰਾ ਹੋ ਗਿਆ ਅਕਾਲੀ ਦਲ ਦਾ ਇਹਨਾਂ ਤੋਂ। ਦੂਜਾ ਝਟਕਾ। ਤੀਜਾ ਝਟਕਾ, ਕਿਸਾਨ ਮੋਰਚੇ ਨੇ ਜੋ ਵਿਰੋਧ ਕੀਤਾ ਪੱਛਮੀ ਬੰਗਾਲ 'ਚ, ਬਾਕੀ ਥਾਂ ਤੇ ਉਹ ਪੰਜਾਬ 'ਚ ਵੀ ਕਰਦੇ ਆ। ਸੋ ਪੰਜਾਬ 'ਚ ਬੀਜੇਪੀ ਦੇ ਲੀਡਰ ਪਹਿਲਾਂ ਹੀ ਚਿੰਤਿਤ ਨੇ ਵੀ ਕੇਂਦਰ ਵਾਲਿਆਂ ਕਰਕੇ ਸਾਡੀ ਮਾੜੀ ਮੋਟੀ ਸਰਕਾਰ ਬਣਨ ਦੀ ਉਮੀਦ ਸੀ ਪੰਜਾਬ 'ਚ, ਉਹ ਵੀ ਖਤਮ ਹੋ ਗਈ। ਸੋ ਮੈਨੂੰ ਲੱਗਦਾ ਰਹਿੰਦੀ ਸੁਣਦੀ ਕਸਰ ਹੈ ਜਿਹੜੀ, ਉਹ ਯੋਗੀ ਆਦਿੱਤਿਆਨਾਥ ਨੇ ਕੱਢਤੀ। ਹੁਣ ਮੈਨੂੰ ਇਹ ਨਹੀਂ ਸਮਝ ਆਉਂਦਾ, ਜਦੋਂ ਯੋਗੀ ਆਦਿੱਤਿਆਨਾਥ ਪੰਜਾਬ 'ਚ ਚੋਣ ਪ੍ਰਚਾਰ ਕਰਨ ਆਉਣਗੇ ਤੇ ਕੀ ਸਥਿਤੀਆਂ ਬਣਨਗੀਆਂ। ਇਹ ਵੀ ਹੋ ਸਕਦਾ ਹੈ ਕਿ ਯੋਗੀ ਆਦਿੱਤਿਆਨਾਥ ਉਹਨਾਂ ਨੇ ਪੰਜਾਬ 'ਚ ਜਿਹੜੀਆਂ ਚੋਣਾਂ ਹੋਣੀਆਂ 2022 ਦੀਆਂ, ਉਹਦਾ ਸ਼ੰਖਨਾਦ ਕਰਤਾ ਵੀ ਜੋ ਕੁਝ ਅਸੀਂ ਪੱਛਮੀ ਬੰਗਾਲ 'ਚ ਏਜੰਡਾ ਰੱਖਿਆ ਸੀ, ਉਹੀ ਏਜੰਡਾ ਅਸੀਂ ਪੰਜਾਬ 'ਚ ਲਿਆਵਾਂਗੇ। ਹੋ ਸਕਦਾ ਇਹ ਯੋਗੀ ਆਦਿੱਤਿਆਨਾਥ ਨੇ ਇਹ ਬਿਆਨ ਇਹ ਸੋਚ ਕੇ ਦਿੱਤਾ ਹੋਵੇ, ਪਰ ਪੰਜਾਬ ਦੇ ਲੋਕ ਬੜੇ ਸੂਝਵਾਨ ਨੇ। ਪੱਛਮੀ ਬੰਗਾਲ ਦੇ ਵੀ ਦੇਖੋ, ਉਹਨਾਂ ਨੇ ਕਿਸੇ ਧਾਰਮਿਕ ਏਜੰਡੇ ਨੂੰ ਨਹੀਂ ਮੰਨਿਆ। ਸਾਰੇ ਧਰਮਾਂ ਦਾ ਹੀ ਸਤਿਕਾਰ ਹੈ ਜੀ। ਜਿੱਥੇ ਮਰਜ਼ੀ ਲੈ ਜਾਓ ਸਾਨੂੰ, ਜਿਹੜੇ ਮਰਜ਼ੀ ਧਾਰਮਿਕ ਥਾਂ ਤੇ ਲੈ ਜਾਓ, ਅਸੀਂ ਝੱਟ ਮੱਥਾ ਟੇਕਦੇ ਹਾਂ ਹਰ ਥਾਂ ਤੇ। ਨਾਲੇ ਪੰਜਾਬ 'ਚ ਜਿਹੜੀਆਂ ਧਾਰਮਿਕ ਥਾਵਾਂ ਨੇ ਉਹ ਪੂਰੀ ਦੁਨੀਆ ਦੀਆਂ ਸਾਂਝੀਆਂ ਨੇ, ਉਹ ਕਿਸੇ ਭਾਈਚਾਰੇ ਦੀ ਧਾਰਮਿਕ ਥਾਂ ਹੋਵੇ। ਮੈਂ ਹਰ ਧਾਰਮਿਕ ਥਾਂ ਤੇ ਜਾ ਕੇ ਮੱਥੇ ਟੇਕਿਆ ਜੀ। ਸੋ ਕੋਈ ਵੀ ਧਰਮ ਹੈ ਜਿਹੜਾ ਉਹ ਜੁੜਨ ਦਾ ਸੰਕੇਤ ਦਿੰਦਾ ਹੈ। ਸੋ ਮੈਨੂੰ ਇਹ ਲੱਗਦਾ ਕਿ ਬੀਜੇਪੀ ਦੀ ਕੋਈ ਪੋਲੀਟੀਕਲ ਰਣਨੀਤੀ ਨਾ ਹੋਵੇ ਇਸ ਬਿਆਨ ਦੇ ਪਿੱਛੇ ਯੋਗੀ ਆਦਿੱਤਿਆਨਾਥ ਦੇ। ਸੋ ਬੀਜੇਪੀ ਦੇ ਹੋਰ ਲੀਡਰਾਂ ਦੇ ਬਿਆਨ ਆਏ ਨਹੀਂ ਗਗਨ, ਅਗਲੇ 1-2 ਦਿਨਾਂ 'ਚ ਦੇਖਦੇ ਹਾਂ। ਪਰ ਕੈਪਟਨ ਅਮਰਿੰਦਰ ਨੇ ਬਹੁਤ ਸਖਤ ਬਿਆਨ ਦਿੱਤਾ। ਪੰਜਾਬੀ 'ਚ ਜਿਹਨੂੰ ਕਹਿੰਦੇ ਨੇ ਨਾ, ਪ੍ਰੈਸ ਨੋਟ ਭੇਜਿਆ ਕੈਪਟਨ ਅਮਰਿੰਦਰ ਸਿੰਘ ਨੇ, ਠੋਕਵਾਂ ਜਵਾਬ ਦਿੱਤਾ ਯੋਗੀ ਆਦਿੱਤਿਆਨਾਥ ਨੂੰ। ਔਰ ਯੋਗੀ ਆਦਿੱਤਿਆਨਾਥ ਨੂੰ ਇਹ ਕਿਹਾ ਕੈਪਟਨ ਅਮਰਿੰਦਰ ਨੇ ਵੀ ਤੁਸੀਂ ਉਧਰ ਉੱਤਰ ਪ੍ਰਦੇਸ਼ ਵਾਲੇ ਪਾਸੇ ਧਿਆਨ ਦਿਓ, ਜੋ ਉੱਥੇ ਸਥਿਤੀਆਂ ਨੇ ਕੋਵਿਡ ਦੀਆਂ, ਤੁਸੀਂ ਪੰਜਾਬ ਦੀ ਚਿੰਤਾ ਨਾ ਕਰੋ। ਔਰ ਦੂਸਰਾ, ਯੋਗੀ ਆਦਿੱਤਿਆਨਾਥ ਨੂੰ ਕੋਈ ਕਿਤਾਬ ਭੇਜਣੀ ਚਾਹੀਦੀ ਹੈ ਜਿਹਦੇ 'ਚ ਮਲੇਰਕੋਟਲੇ ਦੇ ਇਤਿਹਾਸ ਬਾਰੇ ਦੱਸਿਆ ਜਾਣਾ ਚਾਹੀਦਾ ਹੈ ਕਿ ਕਿਵੇਂ ਮਲੇਰਕੋਟਲੇ ਦਾ ਇਤਿਹਾਸ ਸਾਡੇ ਸੱਭਿਆਚਾਰ ਦਾ ਅਟੁੱਟ ਹਿੱਸਾ ਹੈ ਔਰ ਕਿਵੇਂ ਆਪਸ 'ਚ ਐਡੀ ਵੱਡੀ ਮਿਲਵਰਤਨ ਦੀ ਇੱਥੇ ਭਾਵਨਾ ਹੈ। ਸੋ ਇਹ ਯੋਗੀ ਆਦਿੱਤਿਆਨਾਥ ਨੂੰ ਜਿੱਦਣ ਸਮਝ ਆ ਗਿਆ, ਮੈਨੂੰ ਲੱਗਦਾ ਉਦਣ ਯੋਗੀ ਆਦਿੱਤਿਆਨਾਥ ਵੀ ਆਪਣਾ ਟਵੀਟ ਵਾਪਸ ਲੈ ਲੈਣਗੇ, ਕਿਉਂਕਿ ਯੋਗੀ ਸ਼ਬਦ ਦੀ ਬਹੁਤ ਵੱਡੀ ਮਹੱਤਤਾ ਹੁੰਦੀ ਹੈ। ਸੋ ਕੱਲਾ ਟਵੀਟ ਕਰਕੇ ਨਹੀਂ ਗੱਲ, ਇਹੋ ਜਿਹੀ ਗੱਲ ਹੈ ਜਿਹੜੀ ਖਤਮ ਹੁੰਦੀ। ਇਸ ਗੱਲ ਨੂੰ ਸਮਝਣਾ ਪੈਣਾ ਹੈ, ਮਤਲਬ ਯੋਗੀ ਸਾਹਿਬ ਨੂੰ ਵੀ ਸਮਝਣੇ ਪੈਣੇ। ਬਿਲਕੁਲ। ਸੋ 9 ਮਾਸ ਦੇ ਰਿਸ਼ਤੇ ਦੇ ਵੱਲੋਂ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਇਹ ਤੇ ਰਿਐਕਸ਼ਨ ਵੀ ਆਏਗਾ ਜੀ। ਬਿਲਕੁਲ, ਇਹ ਤੇ ਮੈਂ ਕਹਿੰਦਾ ਰਿਐਕਸ਼ਨ ਵੀ ਸੁਣਾ ਦਿਓ। 2-3 ਪੋਲੀਟੀਕਲ ਪਾਰਟੀਆਂ ਦੇ ਰਿਐਕਸ਼ਨ ਹੈ, ਬੀਜੇਪੀ ਦਾ ਹਜੇ ਆਇਆ ਨਹੀਂ। ਬੀਜੇਪੀ ਦਾ ਜਿੱਦਣ ਆ ਗਿਆ ਆਪਾਂ ਦਿਖਾ ਦਾਂਗੇ, ਆਪਾਂ ਦਿਖਾ ਦਿੰਦੇ ਹਾਂ ਸਾਰਿਆਂ ਦਾ, ਆਪਾਂ ਨਿਰਪੱਖ ਹਾਂ। ਆਹ ਸੁਣਾ ਦਿਓ ਤੁਸੀਂ। ਆ ਦੇਖੋ, ਆਮ ਆਦਮੀ ਪਾਰਟੀ ਵਾਲੇ ਮੀਤ ਹੇਅਰ ਨੌਜਵਾਨ MLA ਹੈ ਬਰਨਾਲੇ ਵਾਲਾ, ਮੀਤ ਹੇਅਰ ਦਾ ਸੁਣਾ ਦਿਓ। ਦਲਜੀਤ ਚੀਮਾ ਅਕਾਲੀ ਦਲ ਵਾਲਿਆਂ ਨੇ ਵੀ ਭੇਜਤਾ ਰਿਐਕਸ਼ਨ ਹੁਣ ਤਾਂ। ਡਾਕਟਰ ਦਲਜੀਤ ਸਿੰਘ ਚੀਮਾ, ਰਾਜਕੁਮਾਰ ਵੇਰਕਾ ਦਾ ਵੀ ਜੇ ਥੋੜੀ ਜਿਹੀ ਗੱਲ ਚੱਲ ਸਕੇ ਤਾਂ ਚਲਾ ਦਿਓ ਜੀ। ਦੇਖੋ, ਸਾਡੀ ਜੋਗੀ ਜੀ ਨੂੰ, ਮੁੱਖ ਮੰਤਰੀ ਸਾਹਿਬ ਨੂੰ ਅਪੀਲ ਹੈ ਕਿ ਤੁਸੀਂ ਜਿਹੜੀ ਤੁਹਾਡੀ ਪਾਰਟੀ ਹੈ ਭਾਜਪਾ, ਤੁਸੀਂ ਜਿਹੜੇ ਸੂਬੇ 'ਚ ਜਾਂਦੇ ਹੋ ਉੱਥੇ ਨਫ਼ਰਤ ਦੀ ਰਾਜਨੀਤੀ ਫੈਲਾਉਂਦੇ ਹੋ, ਉੱਥੇ ਲੋਕਾਂ ਨੂੰ ਜਾਤਾਂ ਪਾਤਾਂ ਤੇ ਵੰਡਣ ਦੀ ਕੋਸ਼ਿਸ਼ ਕਰਦੇ ਹੋ। ਤੇ ਯੂਪੀ 'ਚ ਵੀ ਤੁਸੀਂ ਉਹੀ ਕੀਤਾ ਹੈਗਾ, ਲੋਕਾਂ ਨੂੰ ਜਾਤਾਂ ਪਾਤਾਂ ਦੇ ਨਾਂ ਤੇ ਵੰਡ ਕੇ ਸੂਬਾ ਤੁਸੀਂ ਬਰਬਾਦ ਕਰਕੇ ਰੱਖਤਾ। ਤੇ ਤੁਸੀਂ ਹੁਣ ਉਹੀ ਗੰਦਲੀ ਰਾਜਨੀਤੀ ਇਦਾਂ ਦੀ ਬਿਆਨਬਾਜ਼ੀ ਕਰਕੇ ਪੰਜਾਬ 'ਚ ਫੈਲਾਉਣਾ ਚਾਹੁੰਦੇ ਹੋ। ਸੋ ਇਹ ਤੁਹਾਡਾ ਵਹਿਮ ਹੈ ਕਿ ਤੁਸੀਂ ਇਦਾਂ ਦੀ ਬਿਆਨਬਾਜ਼ੀ ਕਰਕੇ ਸਾਡੇ ਪੰਜਾਬ ਦੇ ਲੋਕਾਂ ਨੂੰ ਪਾੜ ਦੋਗੇ, ਕਿਉਂਕਿ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ। ਸਾਡੇ ਸੈਂਕੜੇ ਹਜ਼ਾਰਾਂ ਸਾਲਾਂ ਤੋਂ ਲੋਕਾਂ 'ਚ ਭਾਈਚਾਰਾ, ਲੋਕ ਇਕੱਠੇ ਰਹਿੰਦੇ ਆਉਂਦੇ ਆ। ਸੋ ਸਾਡਾ ਜਿਹੜਾ ਭਾਈਚਾਰਾ ਉਹ ਤੁਸੀਂ ਖਰਾਬ ਕਰਨ ਦੀ, ਸੂਬੇ ਦੀ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਨਾ ਕਰੋ। ਬਾਕੀ ਇਹ ਕਰੋਨਾ ਟਾਈਮ ਚੱਲ ਰਿਹਾ, ਤੁਸੀਂ ਆਪਦੇ ਸੂਬੇ ਵੱਲ ਝਾਤੀ ਮਾਰੋ, ਉੱਥੇ ਕੀ ਚੱਲ ਰਿਹਾ। ਪਰ ਜੇ ਮਲੇਰਕੋਟਲੇ ਦੇ ਜ਼ਿਲ੍ਹਾ ਬੰਦ ਦੇ ਉੱਤੇ ਯੋਗੀ ਸਾਹਿਬ ਨੂੰ ਇਤਰਾਜ਼ ਹੈ, ਔਰ ਉਹ ਵੀ ਇਸ ਕਰਕੇ ਕਿ ਸ਼ਾਇਦ ਕਿਸੇ ਇੱਕ ਧਰਮ ਦੇ ਲੋਕਾਂ ਨੂੰ ਖੁਸ਼ ਕਰਨ ਵਾਸਤੇ ਜ਼ਿਲ੍ਹਾ ਬਣਾਇਆ ਗਿਆ, ਤਾਂ ਮੈਂ ਸਮਝਦਾ ਉਹਨਾਂ ਦੀ ਗਲਤਫਹਿਮੀ ਹੈ। ਉਹਨਾਂ ਨੂੰ ਮਲੇਰਕੋਟਲੇ ਦਾ ਇਤਿਹਾਸ ਜਿਹੜਾ ਉਹ ਇੱਕ ਵਾਰੀ ਪੜ੍ਹਨਾ ਚਾਹੀਦਾ। ਸ਼ੇਰ ਮੁਹੰਮਦ ਖਾਂ ਮਲੇਰਕੋਟਲੇ ਦੇ ਜਿਹੜੇ ਨਵਾਬ ਸੀ,
ਜਿਸ ਤਰੀਕੇ ਉਹਨਾਂ ਨੇ ਹਾਂ ਦਾ ਨਾਰਾ ਜਿਹੜਾ ਸਰਹੱਦ ਦੇ ਵਿੱਚ ਜਦੋਂ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਦਾ ਫੈਸਲਾ ਹੋ ਰਿਹਾ ਸੀ, ਮਾਰਿਆ ਸੀ, ਉਹਦੇ ਕਰਕੇ ਮਲੇਰਕੋਟਲੇ ਦੀ ਤੇ ਸਿੱਖਾਂ ਦੀ ਇੱਕ ਬਹੁਤ ਵੱਡੀ ਸਾਂਝ ਉਦੋਂ ਤੋਂ ਲੈ ਕੇ ਹੁਣ ਤੱਕ ਰਹੀ ਹੈ। ਇਹ ਇੱਕ ਉਦਾਹਰਨ ਹੈ ਸਾਂਝੀਵਾਲਤਾ ਦੀ, ਭਾਈਚਾਰਕ ਸਾਂਝ ਦੀ ਔਰ ਇਨਸਾਨੀਅਤ ਵਾਸਤੇ ਆਵਾਜ਼ ਉਠਾਉਣ ਦੀ। ਇਸ ਕਰਕੇ ਉਹਨਾਂ ਨੂੰ ਸ਼ੋਭਾ ਨਹੀਂ ਸੀ ਦਿੰਦਾ ਕਿ ਇਹਨੂੰ ਇਸ ਤਰੀਕੇ ਜਿਹੜੀ ਫਿਰਕੂ ਰੰਗਤ ਦਿੰਦੇ। ਮੈਂ ਸਮਝਦਾ ਉਹਨਾਂ ਨੂੰ ਆਪਣਾ ਬਿਆਨ ਜਿਹੜਾ ਵਾਪਸ ਲੈ ਲੈਣ। ਬਿਲਕੁਲ ਡੱਲਾ ਸਾਹਿਬ, ਜਿਹੜੇ ਸੂਬੇ ਦੇ ਵਿੱਚ ਮੈਂ ਕਹਿੰਦਾ ਸਭ ਤੋਂ ਵੱਧ ਰੈਲੀਆਂ ਵੱਡੇ ਵੱਡੇ ਆਗੂਆਂ ਨੇ ਕੀਤੀਆਂ ਨੇ, ਉੱਥੇ ਵੀ ਸੰਪੂਰਨ ਲਾਕਡਾਊਨ ਲੱਗ ਗਿਆ, ਉਸ ਦੀ ਵੀ ਜਾਣਕਾਰੀ ਜ਼ਰੂਰ ਦਿਓ। ਦੇਖੋ, ਬੀਬੀ ਮਮਤਾ ਬੈਨਰਜੀ ਵਾਲਾ ਸੂਬਾ ਪੱਛਮੀ ਬੰਗਾਲ, ਸਾਨੂੰ ਪਤਾ ਉੱਥੇ ਕਿੱਡੀ ਵੱਡੀ ਗਿਣਤੀ ਦੇ ਵਿੱਚ ਸੀਟਾਂ ਸੀ ਔਰ ਉੱਥੇ ਕਈ ਗੇੜਾਂ 'ਚ ਚੋਣਾਂ ਹੋਈਆਂ, ਦੱਬ ਕੇ ਪੋਲੀਟੀਕਲ ਰੈਲੀਆਂ ਕੀਤੀਆਂ। ਬੀਜੇਪੀ ਦੇ ਸਾਰੇ ਕੇਂਦਰੀ ਲੀਡਰ ਉੱਥੇ ਪਹੁੰਚੇ, ਮਮਤਾ ਬੈਨਰਜੀ ਪਹੁੰਚੀ, ਰਾਹੁਲ ਗਾਂਧੀ ਚਲੋ ਉੱਥੇ ਨਹੀਂ ਗਿਆ, ਕਾਂਗਰਸ ਵਾਲਿਆਂ ਨੂੰ ਪਤਾ ਹੀ ਸੀ ਕਿ ਉਹਨਾਂ ਨਾਲ ਉੱਥੇ ਕੀ ਵਾਪਰਨਾ। ਮਮਤਾ ਬੈਨਰਜੀ ਦਾ ਭਰਾ ਉਹ ਵੀ ਕੋਵਿਡ ਕਰਕੇ ਦੁਨੀਆ ਤੋਂ ਚਲਾ ਗਿਆ। ਦੇਖੋ, ਇਹ ਵੀ ਜਿਹੜੀ ਹੈ ਇਹ ਸਾਨੂੰ ਧਿਆਨ ਦੇਣ ਦੀ ਲੋੜ ਹੈ ਕਿ ਕੋਵਿਡ ਦਾ ਪੱਧਰ ਕਿੰਨਾ ਹੈ। ਇਹਨੇ ਅਮੀਰ ਗਰੀਬ ਅਫਸਰ ਮੁਲਾਜ਼ਮ ਲੀਡਰ ਵਲੰਟੀਅਰ ਕਿਸੇ ਨੂੰ ਨਹੀਂ ਬਖਸ਼ਣਾ ਜਿਹਨੂੰ ਹੋ ਗਿਆ ਹੈ। ਉਹਦੇ ਸਰੀਰ ਦੀ ਹਿੰਮਤ ਹੀ ਹੈ, ਫਿਰ ਉਹ ਵੀ ਆਪਣੇ ਆਪ ਨੂੰ ਬਚਾਅ ਪਾਉਂਦਾ ਜਾਂ ਨਹੀਂ ਬਚਾਅ ਪਾਉਂਦਾ। ਔਰ ਮਮਤਾ ਬੈਨਰਜੀ ਦਾ ਅੱਜ ਮੈਂ ਖਬਰਾਂ ਪੜ੍ਹ ਰਿਹਾ ਸੀ ਕੱਲ, ਕਹਿੰਦੇ ਮਮਤਾ ਬੈਨਰਜੀ ਦਾ ਭਰਾ ਵੀ ਕੋਵਿਡ ਕਰਕੇ ਚਲਾ ਗਿਆ। ਦੇਖੋ, ਸਾਡੇ ਸ਼ਹੀਦ ਭਗਤ ਸਿੰਘ ਉਹਨਾਂ ਦਾ ਭਤੀਜਾ ਅਭੈ ਸਿੰਘ ਸੰਧੂ ਉਹ ਵੀ ਕੋਵਿਡ ਕਰਕੇ ਚਲੇ ਗਏ। ਕਿੰਨੇ ਵੱਡੇ ਵੱਡੇ ਲੋਕ ਦੁਨੀਆ ਤੋਂ ਕੋਵਿਡ ਕਰਕੇ ਜਾ ਰਹੇ ਨੇ ਇਸ ਵਕਤ। ਔਰ ਪੱਛਮੀ ਬੰਗਾਲ 'ਚ ਗਗਨ 30 ਮਈ ਤੱਕ ਸੰਪੂਰਨ ਲਾਕਡਾਊਨ ਲਾਤਾ। ਦੇਖੋ, ਉੱਥੇ ਸਭ ਤੋਂ ਵੱਧ ਰੈਲੀਆਂ ਕੀਤੀਆਂ ਸਾਡੇ ਵੱਡੇ ਲੀਡਰਾਂ ਨੇ ਔਰ ਉੱਥੇ ਇਹ ਹਾਲਤ ਹੈ ਕਿ ਪੋਜ਼ਿਟਿਵਿਟੀ ਰੇਟ ਬਹੁਤ ਜ਼ਿਆਦਾ ਪੰਜਾਬ ਨਾਲੋਂ ਕਿਤੇ ਵੱਧ ਕੇਸ ਆ ਜਿਹੜੇ ਉਹ ਪੱਛਮੀ ਬੰਗਾਲ 'ਚ ਆ ਰਹੇ ਨੇ ਔਰ ਇਸੇ ਕਰਕੇ ਉੱਥੇ ਸੰਪੂਰਨ ਲਾਕਡਾਊਨ ਲਾਉਣਾ ਪਿਆ। ਔਰ 30 ਮਈ ਤੱਕ ਉੱਥੇ ਸੰਪੂਰਨ ਲਾਕਡਾਊਨ ਹੈ ਔਰ ਨਾ ਮੈਟਰੋ ਚੱਲਣੀ, ਨਾ ਜਿਮ, ਨਾ ਦੁਕਾਨਾਂ ਖੁੱਲ੍ਹਣੀਆਂ ਨੇ, ਨਾ ਸੈਲੂਨ, ਨਾ ਸਕੂਲ, ਨਾ ਕਾਲਜ। ਸੋ ਸਵੇਰੇ ਕਹਿੰਦੇ ਨੇ ਵੀ 10 ਵਜੇ ਤੱਕ ਜਿਹੜੇ ਨੇ ਉਹ ਦੁਕਾਨਾਂ ਖੁੱਲਿਆ ਕਰਨਗੀਆਂ, ਉਸ ਸਮੇਂ ਤੁਸੀਂ ਆਪਣਾ ਜ਼ਰੂਰੀ ਸਮਾਨ ਹੈ ਜਿਹੜਾ ਲੈ ਸਕੋਗੇ। ਗਗਨ, ਮੈਂ ਇੱਕ ਹੋਰ ਵਾਧੂ ਟਿੱਪਣੀ ਕਰਨਾ ਚਾਹੁੰਦਾ ਇੱਥੇ ਜੀ। ਪੰਜਾਬ 'ਚ ਵੀ ਮੈਂ ਦੇਖਿਆ ਕਈ ਜ਼ਿਲ੍ਹਿਆਂ 'ਚ 5 ਵਜੇ ਤੱਕ, ਕਈ ਜ਼ਿਲ੍ਹਿਆਂ 'ਚ 3 ਵਜੇ ਤੱਕ, ਕਈ ਜ਼ਿਲ੍ਹਿਆਂ 'ਚ 12 ਵਜੇ ਤੱਕ ਦੁਕਾਨਾਂ ਰੋਟੇਸ਼ਨ ਦੇ ਹਿਸਾਬ ਨਾਲ ਖੋਲ੍ਹਦੇ ਨੇ ਔਰ ਮੈਂ ਉਸ ਵਕਤ ਦੇਖਦਾ ਬਾਜ਼ਾਰਾਂ 'ਚ ਭੀੜ ਬਹੁਤ ਜ਼ਿਆਦਾ ਹੁੰਦੀ ਹੈ। ਸੋ ਮੈਨੂੰ ਇਹ ਲੱਗਦਾ ਹੈ ਕਿ ਸਰਕਾਰਾਂ ਨੂੰ ਇਹਦਾ ਕੋਈ ਹੋਰ ਫਾਰਮੂਲਾ ਕੱਢਣਾ ਚਾਹੀਦਾ, ਕਿਉਂਕਿ ਥੋੜ੍ਹੇ ਸਮੇਂ ਲਈ ਵੀ ਜਿਹੜਾ ਇਹ ਬਹੁਤ ਜ਼ਿਆਦਾ ਭੀੜ ਹੋ ਜਾਂਦੀ ਹੈ, ਸੋ ਉਹਦੇ ਨਾਲ ਫਿਰ ਲੋਕਾਂ ਦੀ ਆਵਾਜਾਈ ਹੈ ਜਿਹੜੀ ਅਚਾਨਕ ਵੱਧ ਜਾਂਦੀ ਹੈ। ਮੈਨੂੰ ਇਹ ਲੱਗਦਾ ਹੈ ਕਿ ਸਰਕਾਰ ਨੂੰ ਜਿਹੜੇ ਸ਼ਹਿਰ ਨੇ ਨਾ ਉਹ ਸੈਕਟਰਾਂ 'ਚ ਵੰਡ ਦੇਣੇ ਚਾਹੀਦੇ ਨੇ, ਹਿੱਸਿਆਂ 'ਚ। ਜਿਵੇਂ ਮੋਹਾਲੀ ਹੈ, ਮੋਹਾਲੀ ਨੂੰ 4 ਹਿੱਸਿਆਂ 'ਚ ਵੰਡ ਦੇਣਾ ਚਾਹੀਦਾ ਹੈ ਔਰ ਉਸ ਤਰੀਕੇ ਨਾਲ ਸਮਾਂ ਦਿੱਤਾ ਜਾਣਾ ਚਾਹੀਦਾ ਹੈ। ਜਿਵੇਂ ਸਨਅਤੀ ਕੇਂਦਰ ਲੁਧਿਆਣੇ 'ਚ ਨੇ, ਡਿਪਟੀ ਕਮਿਸ਼ਨਰ ਨੇ 12 ਵਜੇ ਤੱਕ ਦਾ ਸਮਾਂ ਦਿੱਤਾ। ਸੋ 12 ਵਜੇ ਤੱਕ ਦਾ ਸਮਾਂ ਇੱਕ ਹਿੱਸੇ ਦੀ ਆਬਾਦੀ ਨੂੰ ਦੇ ਦੇਣਾ ਚਾਹੀਦਾ, ਫਿਰ 4 ਘੰਟੇ ਦਾ ਸਮਾਂ ਇੱਕ ਹਿੱਸੇ ਦੀ ਆਬਾਦੀ ਨੂੰ ਦੇ ਦੇਣਾ ਚਾਹੀਦਾ, ਤਾਂ ਕਿ ਇੱਕ ਸਮੇਂ 'ਚ ਬਾਜ਼ਾਰਾਂ 'ਚ ਬਹੁਤ ਜ਼ਿਆਦਾ ਭੀੜ ਨਾ ਹੋਵੇ। ਹੁਣ ਮੈਂ ਬੜਾ ਹੈਰਾਨ ਹੁੰਦਾ, ਸਨਅਤੀ ਕੇਂਦਰ ਲੁਧਿਆਣੇ ਵਰਗੇ ਸ਼ਹਿਰਾਂ 'ਚ 5 ਤੋਂ 12 ਵਜੇ ਤੱਕ ਕਹਿੰਦੇ ਖੁੱਲ੍ਹੀ ਛੁੱਟੀ ਹੈ ਔਰ 5 ਤੋਂ 12 ਵਜੇ ਤੱਕ ਇੰਨੀ ਭੀੜ ਹੁੰਦੀ ਹੈ ਨਾ ਜੀ ਗਗਨ, ਮੈਨੂੰ ਸਮਝ ਨਹੀਂ ਆਉਂਦਾ ਵੀ 5 ਤੋਂ 12 ਵਜੇ ਤੱਕ ਜਿਹੜੇ ਲੋਕ ਬਾਜ਼ਾਰਾਂ 'ਚ ਆਉਂਦੇ ਨੇ, ਅਗਰ ਉਹਨਾਂ 'ਚੋਂ ਕਿਸੇ ਇੱਕ ਨੂੰ ਇਨਫੈਕਸ਼ਨ ਹੋ ਗਈ ਤੇ 12 ਵਜੇ ਤੋਂ ਬਾਅਦ ਉਹਨੇ ਰਹਿਣਾ ਘਰ, ਤੇ ਘਰ ਦੇ ਮੈਂਬਰਾਂ ਦੇ ਵੀ ਫਿਰ ਖਤਰਾ ਹੋ ਸਕਦਾ। ਸੋ ਸਰਕਾਰ ਨੂੰ ਇਹਦੀ ਕੋਈ ਵਿਉਂਤਬੰਦੀ ਬਣਾਉਣੀ ਚਾਹੀਦੀ ਹੈ ਕਿ ਇੱਕੋ ਸਮੇਂ ਬਾਜ਼ਾਰਾਂ 'ਚ ਬਹੁਤ ਜ਼ਿਆਦਾ ਭੀੜ ਨਾ ਹੋਵੇ। ਖੁੱਲ੍ਹ ਵੀ ਜ਼ਰੂਰੀ ਹੈ, ਹਾਲਾਂਕਿ ਮੈਂ ਤਾਂ ਇਹ ਕਹਿੰਦਾ ਕਿ ਲਾਕਡਾਊਨ ਦਾ ਕੋਈ ਨਵਾਂ ਸੁਧਰਿਆ ਹੋਇਆ ਫਾਰਮੂਲਾ ਜਿਹੜਾ ਉਹ ਕੱਢਿਆ ਜਾਣਾ ਚਾਹੀਦਾ ਸਾਡੀਆਂ ਸਰਕਾਰਾਂ ਨੂੰ, ਜਾਂ ਸਾਡੇ ਸੂਬਿਆਂ ਦੀਆਂ ਸਰਕਾਰਾਂ ਇਹ ਤੈਅ ਕਰਨ ਕਿ ਅਸੀਂ ਸੁਨਿਸ਼ਚਿਤ ਕਰੀਏ ਕਿ ਜਿਹੜੀ ਜ਼ਰੂਰੀ ਰਾਸ਼ਨ ਪਾਣੀ ਸਮੱਗਰੀ ਹੈ ਸਾਰੇ ਸਾਡੇ ਨਾਗਰਿਕਾਂ ਦੀ ਉਹ ਸਰਕਾਰ ਉਪਲਬਧ ਕਰਾਵੇ ਸਮੇਂ ਸਿਰ, ਫਿਰ ਉਹ ਚੀਜ਼ਾਂ ਸਮਝ ਆਉਂਦੀਆਂ ਨੇ। ਪਰ ਇਹ ਲਾਕਡਾਊਨ ਨੂੰ ਹਜੇ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਇਹਦੇ ਤੇ ਬਹੁਤ ਜਿਹੜੇ ਐਕਸਪਰਟ ਨੇ ਉਹਨਾਂ ਦੀ ਰਾਏ ਚਾਹੀਦੀ ਹੈ ਗਗਨ। ਇਹ ਸੈਕਟਰ ਵਾਈਜ਼ ਵੰਡ ਕੇ ਸ਼ਹਿਰ ਅਗਰ ਦੁਕਾਨਾਂ ਖੋਲੀਆਂ ਜਾਣ ਤਾਂ ਕਿ ਲੋਕ ਇੱਕੋ ਸਮੇਂ ਸਾਰਾ ਸ਼ਹਿਰ ਸੜਕਾਂ ਤੇ ਨਾ ਆਵੇ। ਬਿਲਕੁਲ। ਸੋ ਭਗਵੰਤ ਮਾਨ ਦੀ ਗੱਲਬਾਤ ਵੀ ਤੁਸੀਂ ਸੁਣੀ ਹੈ, ਤੇ ਜੋ ਕਰੋਨਾ ਦੇ ਹਾਲਾਤ ਨੇ ਪੰਜਾਬ ਦੇ ਵਿੱਚ, ਹਾਲਾਂਕਿ ਬੀਤੇ ਦਿਨਾਂ ਤੋਂ ਜਿਹੜੇ ਕੰਟਰੋਲ ਦੇ ਵਿੱਚ ਜ਼ਰੂਰ ਨੇ ਪਰ ਕੇਸਾਂ ਦੇ ਵਿੱਚ ਕਮੀ ਆਈ ਜ਼ਰੂਰ ਹੈ ਤੇ ਠੀਕ ਹੋਣ ਵਾਲਿਆਂ ਦੀ ਗਿਣਤੀ ਦੇ ਵਿੱਚ ਵਾਧਾ ਹੋਇਆ ਹੈ, ਜ਼ਰੂਰ ਸੁੱਖ ਦੀ ਖਬਰ ਹੈ। ਇਸ ਕਰਕੇ ਜਿਹੜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਹੁਣ ਇੱਥੋਂ ਇਜਾਜ਼ਤ ਲਵਾਂਗੇ, ਅਗਲੇ ਜੋ ਸਿਆਸੀ ਪ੍ਰਤੀਕਰਮ ਹੋਣਗੇ ਉਸ ਦੇ ਉੱਤੇ ਗੱਲਬਾਤ ਜ਼ਰੂਰ ਕਰਦੇ ਰਹਾਂਗੇ। ਡੱਲਾ ਸਾਹਿਬ ਬਹੁਤ ਬਹੁਤ ਧੰਨਵਾਦ ਜੀ। ਬਹੁਤ ਧੰਨਵਾਦ।